हेलो स्टूडेंट्स, हाउ आर यू। ਹੁਣ ਅਸੀਂ ਕਰਨ ਜਾ ਰਹੇ ਹਾਂ ਇੰਗਲਿਸ਼ ਲਿਟਰੇਚਰ ਬੁੱਕ ਆਫ 9th ਕਲਾਸ ਦਾ ਆਖਰੀ ਲੈਸਨ ਨੰਬਰ 9th ਦ ਕਿੰਗ ਹੂ ਲਿੰਪਡ। ਬਹੁਤ ਹੀ ਇੰਟਰਸਟਿੰਗ ਸਟੋਰੀ। ਜਿਉਂ-ਜਿਉਂ ਅਸੀਂ ਇਹਨੂੰ ਪੜ੍ਹਦੇ ਜਾਵਾਂਗੇ ਇਹਦੇ ਵਿੱਚ ਇੰਟਰਸਟ ਹੋਰ ਵੀ ਸਾਡਾ ਵੱਧਦਾ ਜਾਏਗਾ, ਨਵੇਂ-ਨਵੇਂ ਲਫ਼ਜ਼ ਵੀ ਸਿੱਖਾਂਗੇ। ਇਹ ਇੰਟਰਸਟਿੰਗ ਸਟੋਰੀ ਲਿਖੀ ਹੈ ਮੋਨਿਕਾ ਥੌਨ ਨੇ। ਲੈਟਸ ਸਟਾਰਟ ਰੀਡਿੰਗ। देयर इज़ अ न्यू किंग। इत्थे गल करन जा रहे हाँ एक नवें बने राजे दी। ही डज नॉट लाइक साइकोफेंट्स। साइकोफेंट्स हुंदा चमचे जिहड़े चमचागिरी करते हैं। सो ही वांट्स टू टेस्ट हिज कॉटियर्स। सो इस करके वो अपने दरबारियां नूं टेस्ट करना चाहता सी किते वो भी चमचे तो नहीं। हाउ डज ही डू दैट। ਉਹ ਇਹ ਸਭ ਕੁਝ ਕਿਸ ਤਰ੍ਹਾਂ ਕਰਦਾ ਹੈ। ਰੀਡ ਪੜ੍ਹੋ। ਸੋ ਆਓ ਆਪਾਂ ਦੇਖਦੇ ਹਾਂ ਸਟੋਰੀ ਦੇ ਕਰੈਕਟਰਸ ਕੌਣ-ਕੌਣ ਹਨ। ਫਸਟ ਹੈ ਦ ਕਿੰਗ, ਸੈਕਿੰਡ ਦ ਪ੍ਰਾਈਮ ਮਿਨਿਸਟਰ, ਚਾਂਸਲਰ, ਅ ਕੋਰਟੀਅਰ, ਟੂ ਲੇਡੀਜ਼ ਇਨ ਵੇਟਿੰਗ। ਲੇਡੀਜ਼ ਇਨ ਵੇਟਿੰਗ ਦਾ ਮਤਲਬ ਹੁੰਦਾ ਕਿ ਉਹ ਲੇਡੀਜ਼ ਜੋ ਉਸ ਰਾਜ ਮਹਿਲ ਦੀਆਂ ਰਾਜਕੁਮਾਰੀਆਂ ਜਾਂ ਰਾਣੀਆਂ ਦੀ ਦੇਖਭਾਲ ਲਈ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਪ੍ਰਮੁੱਖ ਦਾਸੀਆਂ। टू नेबर्स, दो गुआंढी। टू हैरल्ड्स। हैरल्ड्स ਹੁੰਦੇ ਨੇ ਉਹ ਵਿਅਕਤੀ ਜੋ ਰਾਜ ਮਹਿਲ ਵਿੱਚ ਕੋਈ ਵਿਅਕਤੀ ਪ੍ਰਵੇਸ਼ ਕਰ ਰਿਹਾ ਹੋਵੇ, ਉਹਦੀ ਸੂਚਨਾ ਰਾਜ ਮਹਿਲ ਦੇ ਵਿੱਚ ਉਪਸਥਿਤ ਲੋਕਾਂ ਨੂੰ ਦੇਣ, ਜਿਹਨੂੰ ਆਪਾਂ ਹਿੰਦੀ 'ਚ ਕਹਿ ਸਕਦੇ ਹਾਂ ਅਗਰਦੂਤ, ਯਾਨੀ ਕਿਸੇ ਵਿਅਕਤੀ ਦੇ ਆਉਣ ਤੋਂ ਪਹਿਲਾਂ ਉਸ ਦਾ ਸੁਨੇਹਾ ਦੇਣ ਵਾਲੇ। ਨੈਕਸਟ ਹੈ ਅ ਪੇਜ, ਇੱਕ ਪੇਜ। ਹੁਣ ਪੇਜ ਦਾ ਮਤਲਬ ਇੱਥੇ ਉਹ ਨਹੀਂ ਕਿ ਇੱਕ ਵਰਕਾ। ਸੋ ਪੇਜ ਦੇ ਦੋ ਕੰਮ ਹੁੰਦੇ ਨੇ। ਪਹਿਲਾ ਕੰਮ ਤਾਂ ਉਹੀ ਹੁੰਦਾ ਜੋ ਲੇਡੀਜ਼ ਇਨ ਵੇਟਿੰਗ ਦਾ ਹੁੰਦਾ ਕਿ ਲੇਡੀਜ਼ ਇਨ ਵੇਟਿੰਗ ਰਾਜਕੁਮਾਰੀਆਂ ਦੀ ਤੇ ਰਾਣੀਆਂ ਦੀ ਦੇਖਭਾਲ ਹੀ ਹੁੰਦੀ ਹੈ, ਤੇ ਪੇਜ ਰਾਜਕੁਮਾਰਾਂ ਦੇ ਤੇ ਰਾਜਿਆਂ ਦੀ ਦੇਖਭਾਲ ਲਈ ਰੱਖੇ ਜਾਂਦੇ ਸਨ। ਤੇ ਦੂਸਰਾ ਇਹਨਾਂ ਦਾ ਮੇਜਰ ਕੰਮ ਇਹ ਹੁੰਦਾ ਹੈ ਕਿ ਇਹ ਮੈਸੇਂਜਰ ਹੁੰਦੇ ਹਨ, ਯਾਨੀ ਸੁਨੇਹਾ ਪਹੁੰਚਾਉਣ ਵਾਲੇ। ਅੱਜ ਤੋਂ 15-20 ਸਾਲ ਪਹਿਲਾਂ ਮੋਬਾਈਲ ਦੇ ਆਉਣ ਤੋਂ ਪਹਿਲਾਂ ਪੇਜਰ ਆਏ ਸਨ। ਠੀਕ, ਉਹ ਪੇਜਰ ਦਾ ਕੰਮ ਕੀ ਹੁੰਦਾ ਸੀ ਕਿ ਉਹਦੇ ਵਿੱਚ ਕੋਈ ਵੀ ਵਿਅਕਤੀ ਉਸ ਪੇਜਰ ਵਿੱਚ ਸੁਨੇਹਾ ਭੇਜ ਸਕਦਾ ਸੀ। ਠੀਕ, ਸੋ ਇਸ ਕਰਕੇ ਉਹਦਾ ਨਾਮ ਪੇਜਰ ਰੱਖਿਆ ਗਿਆ। ਵੈਸੇ ਪੇਜ ਦਾ ਮਤਲਬ ਹੁੰਦਾ ਸੁਨੇਹਾ ਦੇਣ ਵਾਲਾ। ਸੋ ਇੱਥੇ ਵੀ ਪੇਜ ਦਾ ਉਹੀ ਮਤਲਬ ਹੈ, ਸੁਨੇਹਾ ਦੇਣ ਵਾਲਾ। ਤੇ ਲਾਸਟ ਸਾਡਾ ਕਰੈਕਟਰ ਹੈ ਅ ਡੌਗ। ਸੀਨ, ਹੁਣ ਦ੍ਰਿਸ਼ ਸ਼ੁਰੂ ਹੁੰਦਾ ਹੈ। ਇਨ ਦ ਆਡੀਅੰਸ ਰੂਮ ਆਫ ਦ ਪੈਲੇਸ ਦ ਕੋਰਟੀਅਰਸ ਆਰ ਵੇਟਿੰਗ ਫॉर ਦ ਕਿੰਗ। ਰਾਜ ਮਹਿਲ ਦੇ ਪ੍ਰਜਾ ਵਾਲੇ ਰੂਮ ਦੇ ਵਿੱਚ ਦਰਬਾਰੀ ਰਾਜੇ ਦੀ ਉਡੀਕ ਕਰ ਰਹੇ ਸਨ। ਦ ਪ੍ਰਾਈਮ ਮਿਨਿਸਟਰ, ਦ ਚਾਂਸਲਰ ਐਂਡ ਦ ਲੇਡੀਜ਼ ਇਨ ਵੇਟਿੰਗ ਆਰ ਐਂਕਸ਼ੀਅਸ ਟੂ ਮੀਟ ਦ ਨਿਊ ਕਿੰਗ। ਇਹ ਸਾਰੇ ਬੜੀ ਉਤੇਜਨਾ ਦੇ ਨਾਲ, ਕਾਹਲ ਦੇ ਨਾਲ ਨਵੇਂ ਬਣੇ ਰਾਜੇ ਨੂੰ ਮਿਲਣ ਦੀ ਵੇਟ ਕਰ ਰਹੇ ਸਨ। ਪ੍ਰਾਈਮ ਮਿਨਿਸਟਰ ਹੂ ਇਜ਼ ਪਲੰਪ ਐਂਡ ਇੰਪੋਰਟੈਂਟ ਲੁਕਿੰਗ। ਹੁਣ ਪ੍ਰਾਈਮ ਮਿਨਿਸਟਰ ਜੋ ਕਿ ਪਲੰਪ ਹੈ ਯਾਨੀ ਮੋਟਾ ਹੈ ਤੇ ਬੜੀ ਖਾਸ ਲੁੱਕ ਵਾਲਾ ਹੈ, ਭਾਵ ਉਹਦੀ ਲੁੱਕ ਤੋਂ ਲੱਗਦਾ ਹੈ ਕਿ ਉਹ ਖਾਸ ਵਿਅਕਤੀ ਹੈ। ਉਹ ਕੀ ਕਹਿੰਦਾ, ਵੈਲ ਆਈ ਥਿੰਕ ਇਟ ਇਜ਼ ਸਿੰਪਲੀ ਸਟੂਪਿਡ ਹੈਵਿੰਗ ਅ ਕਿੰਗ ਨਨ ਆਫ ਅਸ ਹੈਜ਼ ਐਵਰ ਸੀਨ। ਕਹਿੰਦਾ ਅੱਛਾ ਦੇਖੋ, ਮੈਨੂੰ ਤਾਂ ਬਿਲਕੁਲ ਸਟੂਪਿਡ ਥਿੰਗ ਲੱਗ ਰਹੀ ਹੈ ਕਿ ਸਾਡੇ ਕੋਲ ਉਹ ਜਿਹਾ ਇੱਕ ਨਵਾਂ ਰਾਜਾ ਆਇਆ ਹੈ ਜਿਹਨੂੰ ਸਾਡੇ ਵਿੱਚੋਂ ਹਜੇ ਕਿਸੇ ਨੇ ਵੀ ਨਹੀਂ ਦੇਖਿਆ। ਵਾਈ ਹੀ ਮਾਈਟ ਬੀ ਅ ਚਾਈਨਾਮੈਨ ਔਰ ਐਨ ਅਫਰੀਕਨ ਫॉर ਆਲ ਵੀ ਨੋ। ਕਹਿੰਦਾ ਮੈਨੂੰ ਤਾਂ ਲੱਗਦਾ ਹੈ ਕਿ ਉਹ ਪੱਕਾ ਹੀ ਕੋਈ ਨਾ ਕੋਈ ਚੀਨ ਦਾ ਵਿਅਕਤੀ ਹੋਏਗਾ ਜਾਂ ਕੋਈ ਅਫਰੀਕਾ ਦਾ ਵਿਅਕਤੀ ਹੋਏਗਾ, ਜਿੰਨਾ ਕੋ ਕਹਿੰਦਾ ਅਸੀਂ ਸਮਝਦੇ ਹਾਂ। ਹੁਣ ਉੱਥੇ ਦੋ ਲੇਡੀਜ਼ ਹੈ ਜਿਹੜੀਆਂ ਲੇਡੀਜ਼ ਇਨ ਵੇਟਿੰਗ ਹੈ। ਉਹਨਾਂ ਵਿੱਚੋਂ ਜਿਹੜੀ ਫਸਟ ਲੇਡੀ ਹੈ ਹੂ ਇਜ਼ ਟਾਲ ਐਂਡ ਸਲਿਮ ਲੁਕਿੰਗ ਅਪ ਫਰੋਮ ਦ ਬੁੱਕ ਔਨ ਹਰ ਨੀ। ਹੁਣ ਜਿਹੜੀ ਫਸਟ ਲੇਡੀ ਹੈ ਜੋ ਲੰਬੀ ਹੈ ਅਤੇ ਪਤਲੀ ਹੈ, ਉਹ ਆਪਣੇ ਗੋਡੇ ਤੇ ਪਈ ਹੋਈ ਕਿਤਾਬ ਵੱਲ ਦੇਖਦੇ ਹੋਏ ਕਹਿੰਦੀ ਹੈ, ਡੋਂਟ ਬੀ ਸਿਲੀ, ਮੂਰਖ ਨਾ ਬਣੋ। ਸੈਕਿੰਡ ਲੇਡੀ, ਹੁਣ ਸੈਕਿੰਡ ਲੇਡੀ ਬਾਰੇ ਕੀ ਦੱਸਿਆ ਗਿਆ, ਹੂ ਇਜ਼ ਸ਼ਾਰਟ ਐਂਡ ਫੈਟ, ਵੈਰੀ ਫੈਟ, ਲੁਕਿੰਗ ਅਪ ਫਰੋਮ ਦ ਹੈਂਡ ਮਿਰਰ ਸ਼ੀ ਹੈਜ਼ ਟੇਕਨ ਆਊਟ ਆਫ ਹਰ ਬੈਗ। ਹੁਣ ਜਿਹੜੀ ਦੂਸਰੀ ਲੇਡੀ ਹੈ ਜਿਹੜੀ ਬਹੁਤ ਮੋਟੀ ਹੈ, ਓਕੇ, ਉਹ ਆਪਣੇ ਬੈਗ ਦੇ ਵਿੱਚੋਂ ਇੱਕ ਹੈਂਡ ਮਿਰਰ, ਹੱਥ 'ਚ ਫੜਿਆ ਜਾਣ ਵਾਲਾ ਸ਼ੀਸ਼ਾ ਕੱਢ ਕੇ ਉਹਦੇ ਵੱਲ ਦੇਖਦੇ ਹੋਏ ਬੋਲਦੀ ਹੈ। ਕੀ ਬੋਲਦੀ ਹੈ, ਯੂ ਸ਼ੁਡਨਟ ਕਾਲ ਦ ਪ੍ਰਾਈਮ ਮਿਨਿਸਟਰ ਸਿਲੀ, ਇਟਸ ਨੋਟ ਰਿਸਪੈਕਟਫੁਲ। ਤਾਂ ਜਿਹੜੀ ਉਹ ਸੈਕਿੰਡ ਲੇਡੀ ਹੁੰਦੀ ਹੈ ਉਹ ਫਸਟ ਨੂੰ ਕਹਿੰਦੀ ਹੈ ਤੈਨੂੰ ਪ੍ਰਾਈਮ ਮਿਨਿਸਟਰ ਨੂੰ ਸਿਲੀ ਨਹੀਂ ਕਹਿਣਾ ਚਾਹੀਦਾ, ਇਹ ਆਦਰਪੂਰਨ ਸ਼ਬਦ ਨਹੀਂ ਹੈ। ਫਸਟ ਲੇਡੀ, ਵਾਈ ਨੋਟ ਇਫ ਹੀ ਇਜ਼ ਸਿਲੀ, ਕਿਉਂ ਨਹੀਂ ਕਹਿਣਾ ਚਾਹੀਦਾ ਜੇ ਉਹ ਮੂਰਖ ਹੈ। ਚਾਂਸਲਰ, it doesn't matter how silly he is if he is the prime minister। ਚਾਂਸਲਰ ਕਹਿੰਦਾ ਜੇ ਉਹ ਮੂਰਖ ਹੈ ਜਾਂ ਨਹੀਂ ਹੈ ਇਹ ਕੋਈ ਮੈਟਰ ਨਹੀਂ ਕਰਦਾ ਜੇ ਉਹ ਪ੍ਰਾਈਮ ਮਿਨਿਸਟਰ ਹੈ। ਆਪਾਂ ਨੂੰ ਸਿਰਫ ਇਹ ਦੇਖਣਾ ਚਾਹੀਦਾ ਕਿ ਉਹ ਪ੍ਰਾਈਮ ਮਿਨਿਸਟਰ ਹੈ। ਪ੍ਰਾਈਮ ਮਿਨਿਸਟਰ ਰਾਈਜ਼ਿੰਗ ਐਂਡ ਸਿਟਿੰਗ ਔਨ ਦ ਥਰੋਨ ਪੁਸ਼ਿੰਗ ਦ ਚਾਂਸਲਰ ਆਫ ਦ ਆਰਮ। ਹੁਣ ਪ੍ਰਾਈਮ ਮਿਨਿਸਟਰ ਉਸ ਸੀਨ ਵਿੱਚ ਦਾਖਲ ਹੁੰਦਾ ਹੈ ਕਿਸ ਤਰ੍ਹਾਂ,
ਉੱਠਦਾ ਹੈ ਅਤੇ ਬੈਠ ਜਾਂਦਾ ਹੈ ਥਰੋਨ ਦੇ ਉੱਤੇ ਯਾਨੀ ਤਖਤ ਦੇ ਉੱਤੇ ਭਾਵ ਸਿੰਘਾਸਨ ਉੱਤੇ ਬੈਠ ਜਾਂਦਾ ਹੈ। ਪਲੀਜ਼ ਆਈ ਬੈਗ ਯੂ ਟੂ ਸਟਾਪ ਕਾਲਿੰਗ, ਕਿਰਪਾ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਲੜਾਈ ਬੰਦ ਕਰੋ। ਚਾਂਸਲਰ ਕੀ ਕਹਿੰਦਾ ਹੈ, ਯੂ ਵਿਲ ਗੈਟ ਇਨਟੂ ਟਰਬਲ ਇਫ ਯੂ ਆਰ ਫਾਊਂਡ ਸਿਟਿੰਗ ਔਨ ਦ ਥਰੋਨ, ਯੂ ਵੁਡ ਬੈਟਰ ਗੈਟ ਅਪ। ਚਾਂਸਲਰ ਪ੍ਰਾਈਮ ਮਿਨਿਸਟਰ ਨੂੰ ਸਲਾਹ ਦਿੰਦਾ ਹੈ ਕਿ ਤੂੰ ਮੁਸੀਬਤ ਵਿੱਚ ਆ ਜਾਏਗਾ ਜੇ ਰਾਜੇ ਨੇ ਤੈਨੂੰ ਤਖਤ ਤੇ ਬੈਠੇ ਹੋਏ ਦੇਖ ਲਿਆ, ਇਸ ਸਿੰਘਾਸਨ ਤੇ ਰਾਜ ਗੱਦੀ ਤੇ ਬੈਠੇ ਹੋਏ ਦੇਖ ਲਿਆ, ਚੰਗਾ ਹੋਏਗਾ ਤੂੰ ਇਸ ਨੂੰ ਛੱਡ ਦਵੇਂ, ਉੱਠ ਜਾਵੇਂ। ਦ ਕੋਰਟੀਅਰ, ਹੁਣ ਪਹਿਲਾਂ ਕੋਰਟੀਅਰ ਬਾਰੇ ਲਿਖਿਆ ਗਿਆ ਕਿ ਦਰਬਾਰੀ ਕੌਣ ਹੈ, ਇੱਕ ਹੈਂਡਸਮ ਯੰਗ ਮੈਨ ਹੈ ਵਿਦ ਅ ਕਾਈਂਡ ਹਾਰਟ, ਦਿਆਲੂ ਦਿਲ ਵਾਲਾ। ਉਹ ਕੀ ਕਹਿੰਦਾ, I expect the Prime Minister found the steps hard, didn't you, Your Excellency? ਤਾਂ ਕੋਰਟੀਅਰ ਉਸ ਪ੍ਰਾਈਮ ਮਿਨਿਸਟਰ ਨੂੰ, ਜੋ ਪ੍ਰਾਈਮ ਮਿਨਿਸਟਰ ਪਹਿਲਾਂ ਉਸ ਰਾਜ ਸਿੰਘਾਸਨ ਨੂੰ ਜਾਂਦੀਆਂ ਪੌੜੀਆਂ 'ਚ ਬੈਠਾ ਹੋਇਆ ਸੀ ਤੇ ਉੱਥੋਂ ਥੱਕ ਹਾਰ ਕੇ ਉਹ ਉਸ ਤਖਤ ਤੇ ਜਾ ਬੈਠਿਆ ਸੀ, ਉਸ ਨੂੰ ਕਹਿੰਦਾ ਕਿ ਆਈ ਐਕਸਪੈਕਟ ਦ ਪ੍ਰਾਈਮ ਮਿਨਿਸਟਰ ਫਾਊਂਡ ਦ ਸਟੈਪਸ ਹਾਰਡ, ਕਿ ਮੈਨੂੰ ਲੱਗਦਾ ਹੈ ਕਿ ਪ੍ਰਾਈਮ ਮਿਨਿਸਟਰ ਜੀ ਨੂੰ ਇਹ ਸਟੈਪਸ ਬੜੇ ਹਾਰਡ ਲੱਗੇ ਹੋਣੇ ਆ, ਜਿੱਥੇ ਪੌੜੀਆਂ ਤੇ ਉਹ ਬੈਠਾ ਸੀ ਉਹ ਕਾਫੀ ਹਾਰਡ ਜਗ੍ਹਾ ਲੱਗੀ ਹੋਣੀ ਹੈ। ਡਿਡਨਟ ਯੂ ਯੋਰ ਐਕਸਲੈਂਸੀ, ਕੀ ਇੱਦਾਂ ਨਹੀਂ ਹੈ ਮਹਾਰਾਜ? ਪ੍ਰਾਈਮ ਮਿਨਿਸਟਰ ਹੀ ਕਹਿੰਦੇ ਨੇ ਵੈਰੀ ਹਾਰਡ ਐਂਡ ਹਿਜ਼ ਮੈਜੈਸਟੀ ਇਜ਼ ਕੀਪਿੰਗ ਅਸ ਵੇਟਿੰਗ ਅ ਲੌਂਗ ਟਾਈਮ, ਇਹ ਬਹੁਤ ਹਾਰਡ ਹਨ ਤੇ ਮਹਾਰਾਜ ਸਾਨੂੰ ਬਹੁਤ ਦੇਰ ਤੋਂ ਵੇਟ ਕਰਵਾ ਰਹੇ ਹਨ। ਆਈ ਐਮ ਐਂਕਸ਼ੀਅਸ, ਵੈਰੀ ਐਂਕਸ਼ੀਅਸ, ਮੈਂ ਉਤੇਜਿਤ ਹਾਂ, ਮੈਂ ਬਹੁਤ ਕਾਲਾ ਹਾਂ। ਫਸਟ ਲੇਡੀ ਕੌਣ ਹੈ? ਜਿਹੜੀ ਲੇਡੀ ਲੌਂਗ ਅਤੇ ਸਲਿਮ ਹੈ, ਲੰਬੀ ਅਤੇ ਪਤਲੀ ਹੈ, ਉਹ ਕੀ ਕਹਿੰਦੀ, ਵਾਟ ਅਬਾਊਟ, ਤੂੰ ਕਾਹਦੇ ਵਾਸਤੇ ਕਾਲਾ ਹੈ? ਪ੍ਰਾਈਮ ਮਿਨਿਸਟਰ ਹੀ ਕਹਿੰਦਾ ਅਬਾਊਟ ਦਿਸ ਨਿਊ ਕਿੰਗ whom none of us know, ਮੈਂ ਉਸ ਰਾਜੇ ਨੂੰ ਮਿਲਣ ਲਈ ਕਾਲਾ ਹਾਂ ਜਿਹਨੂੰ ਸਾਡੇ ਵਿੱਚੋਂ ਕੋਈ ਵੀ ਨਹੀਂ ਜਾਣਦਾ। why he may be a tyrant, a perfect tyrant, ਉਹ ਕਿਉਂ ਇੰਨਾ ਅਤਿਆਚਾਰੀ ਹੈ, ਉਹ ਕਿਉਂ ਇੰਨਾ ਪੂਰਨ ਤੌਰ ਤੇ ਜ਼ਾਲਮ ਹੈ। ਸੈਕਿੰਡ ਲੇਡੀ ਪੁਟਿੰਗ her hair straight, ਹੁਣ ਜਿਹੜੀ ਸੈਕਿੰਡ ਲੇਡੀ ਹੈ, ਜਿਹੜੀ ਥੋੜੀ ਮੋਟੀ ਹੈ, ਜਿਹਦਾ ਧਿਆਨ ਆਪਣੇ ਮੇਕਅਪ ਵੱਲ ਜ਼ਿਆਦਾ ਹੈ, ਉਹ ਆਪਣੇ ਵਾਲਾਂ ਨੂੰ ਸਿੱਧਾ ਕਰਦੇ ਹੋਏ ਕਹਿੰਦੀ ਹੈ ਵਾਟ ਇਜ਼ ਅ ਟਾਇਰੈਂਟ। ਟਾਇਰੈਂਟ ਕੀ ਹੁੰਦਾ, ਅਤਿਆਚਾਰੀ ਕੀ ਹੁੰਦਾ? ਫਸਟ ਲੇਡੀ, ਵਨ ਹੂ ਮੇਕਸ ਯੂ ਈਟ ਰਾਈਸ ਪੁਡਿੰਗ ਵਨ ਹੀ ਨੋਜ਼ ਯੂ ਹੇਟ ਇਟ, ਉਹ ਵਿਅਕਤੀ ਜਿਹੜਾ ਤੈਨੂੰ ਮਜਬੂਰ ਕਰੇ ਖੀਰ ਖਾਣ ਨੂੰ ਜਦੋਂ ਕਿ ਉਹਨੂੰ ਪਤਾ ਹੋਵੇ ਕਿ ਤੂੰ ਖੀਰ ਤੋਂ ਨਫ਼ਰਤ ਕਰਦੀ ਹੈ। ਸੈਕਿੰਡ ਲੇਡੀ ਕੀ ਜਵਾਬ ਦਿੰਦੀ ਹੈ, ਆਈ ਲਾਈਕ ਰਾਈਸ ਪੁਡਿੰਗ, ਪਰ ਮੈਨੂੰ ਤਾਂ ਖੀਰ ਪਸੰਦ। ਫਸਟ ਲੇਡੀ ਕਹਿੰਦੀ ਹੈ ਯੂ ਲਾਈਕ ਐਨੀਥਿੰਗ ਟੂ ਈਟ, ਹਾਂ ਤੈਨੂੰ ਤਾਂ ਕੋਈ ਵੀ ਖਾਣ ਦੀ ਚੀਜ਼ ਪਸੰਦ ਹੋਏਗੀ। ਚਾਂਸਲਰ, ਵਿਲ ਯੂ ਸਟਾਪ ਬੀਇੰਗ ਰੂਡ ਟੂ ਵਨ ਅਨਦਰ, ਕੀ ਤੁਸੀਂ ਇੱਕ ਦੂਜੇ ਨੂੰ ਬੁਰਾ ਭਲਾ ਬੋਲਣਾ ਬੰਦ ਕਰੋਗੇ? ਦ ਕਿੰਗ ਮੇ ਬੀ ਹੇਅਰ ਐਟ ਐਨੀ ਮੋਮੈਂਟ, ਰਾਜਾ ਇੱਥੇ ਕਿਸੇ ਵੀ ਪਲ ਹੋ ਸਕਦਾ ਹੈ। ਵਟ ਆਰ ਯੂ ਸਟੇਅਰਿੰਗ ਐਟ ਆਊਟ ਆਫ ਦੈਟ ਵਿੰਡ, ਸਟੇਅਰਿੰਗ ਹੁੰਦਾ ਝਾਕਣਾ, STARING, ਕਿ ਤੂੰ ਦੱਸ ਤੂੰ ਬਾਹਰ ਕੀ ਝਾਕ ਰਿਹਾ ਹੈ। ਕੋਰਟੀਅਰਸ, ਨੀਲਿੰਗ ਔਨ ਦਾ ਵਿੰਡੋ ਸੀਟ, ਦਰਬਾਰੀ ਵਿੰਡੋ ਦੀ ਸੀਟ ਤੇ ਬੈਠਾ ਸੀ, ਉਹ ਆਪਣੇ ਗੋਡਿਆਂ ਪਾਰ ਹੋ ਕੇ ਵਿੰਡੋ ਦੇ ਬਾਹਰ ਦੇਖਦਾ। ਦੇਅਰ ਆਰ ਕਰਾਊਡਸ ਆਫ ਪੀਪਲ ਇਨ ਦਾ ਸਟਰੀਟ, ਕਿ ਸਟਰੀਟ ਦੇ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਈ ਹੈ। ਐਂਡ ਇਟ ਇਜ਼ ਪਾਵਰਿੰਗ ਵਿਦ ਰੇਨ, ਅਤੇ ਉਹ ਸਾਰੀ ਦੀ ਸਾਰੀ ਭੀੜ ਮੀਂਹ ਦੇ ਪਾਣੀ ਨਾਲ ਭਿੱਜੀ ਹੋਈ ਹੈ। ਦੇ ਡੋਂਟ ਸੀਮ ਟੂ ਮਾਈਂਡ ਅ ਬਿਟ, ਉਹਨਾਂ ਨੂੰ ਦੇਖ ਕੇ ਇੱਦਾਂ ਲੱਗ ਨਹੀਂ ਰਿਹਾ ਕਿ ਬਾਰਿਸ਼ ਤੋਂ ਉਹ ਰੱਤੀ ਭਰ ਵੀ ਪਰੇਸ਼ਾਨ ਹਨ। ਨਾਓ ਦੇ ਆਰ ਆਲ ਵੇਵਿੰਗ ਦੇਅਰ ਹੈਂਡਸ, ਹੁਣ ਉਹ ਸਾਰੇ ਆਪਣੇ ਹੱਥ ਹਿਲਾ ਰਹੇ ਹਨ। ਦ ਸਾਊਂਡ ਆਫ ਅ ਟਰੰਪਟ ਇਜ਼ ਹਰਡ, ਟਰੰਪਟ ਹੁੰਦਾ ਬਿਗੁਲ, ਕਿ ਰਾਜੇ ਦੇ ਆਉਣ ਤੋਂ ਪਹਿਲਾਂ ਜੋ ਵਜਾਇਆ ਜਾਂਦਾ ਹੈ, ਹੁਣ ਉਹ ਬਿਗੁਲ ਦੀ ਆਵਾਜ਼ ਸੁਣਾਈ ਦਿੰਦੀ ਹੈ। ਹੇਅਰ ਹੀ ਕਮਸ, ਤੇ ਕੋਰਟੀਅਰ ਕਹਿੰਦਾ ਕਿ ਲੋ ਜੀ ਹੁਣ ਮਹਾਰਾਜ ਆਉਂਦੇ ਹਨ। ਟ੍ਰੇਨਿੰਗ ਹੁੰਦਾ ਆਪਣੀ ਗਰਦਨ ਬਾਹਰ ਕੱਢ ਕੇ ਦੇਖਣਾ, ਹੁਣ ਉਹ ਵਿੰਡੋ ਦੇ ਨੇੜੇ ਆਪਣੀ ਗਰਦਨ ਕੱਢ ਕੇ ਦੇਖਦੇ ਹਨ ਤੇ ਕਹਿੰਦੇ ਲੋ ਜੀ ਮਹਾਰਾਜ ਆਉਂਦੇ ਹਨ। ਤੇ ਨਾਲ ਉਹ ਕਹਿੰਦਾ ਵੈਲ ਦੈਟਸ ਸਕੁਏਅਰ, ਸਕੁਏਅਰ ਕੀ ਹੁੰਦਾ, ਅਜੀਬ। ਸੈਕਿੰਡ ਲੇਡੀ, ਵਾਟ ਸਕੁਏਅਰ, ਕਿ ਅਜੀਬ ਗੱਲ ਕੀ ਹੈ? ਕੋਰਟੀਅਰ, ਨੈਵਰ ਮਾਈਂਡ ਯੂ ਵਿਲ ਸੂਨ ਸੀ, ਤਾਂ ਦਰਬਾਰੀ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਤੁਸੀਂ ਜਲਦੀ ਹੀ ਦੇਖ ਪਾਓਗੇ। ਸੈਕਿੰਡ ਲੇਡੀ, ਬਟ ਆਈ ਵਾਂਟ ਟੂ ਨੋ ਨਾਓ, ਪਰ ਮੈਂ ਹੁਣੇ ਹੀ ਜਾਣਨਾ ਚਾਹੁੰਦੀ ਹਾਂ। ਦ ਟਰੰਪਟ ਇਜ਼ ਹਰਡ ਅਗੇਨ ਐਂਡ ਦਿਸ ਟਾਈਮ ਇਟ ਸਾਊਂਡਸ ਨੀਅਰਰ, ਉਹ ਬਿਗੁਲ ਦੀ ਆਵਾਜ਼ ਫਿਰ ਦੁਬਾਰਾ ਸੁਣੀ ਤੇ ਇਸ ਵਾਰੇ ਹੋਰ ਨੇੜਿਓਂ ਦੀ ਸੁਣੀ ਗਈ। ਫਸਟ ਲੇਡੀ, ਯੂਡ ਬੈਟਰ ਗੈਟ ਅਪ ਆਫ ਦੈਟ ਥਰੋਨ ਜਿਮ ਕਰੋ, ਹੁਣ ਫਸਟ ਲੇਡੀ ਪ੍ਰਾਈਮ ਮਿਨਿਸਟਰ ਨੂੰ ਉਹਦੇ ਨਾਮ ਨਾਲ ਬੁਲਾ ਲੈਂਦੀ ਹੈ ਕਿ ਜਿਮ ਕਰੋ, ਇਹ ਵਧੀਆ ਹੋਏਗਾ ਕਿ ਤੂੰ ਸਿੰਘਾਸਨ ਛੱਡ ਦਵੇਂ।
ਪ੍ਰਾਈਮ ਮਿਨਿਸਟਰ ਸਟਾਪ ਕਾਲਿੰਗ ਮੀ ਜਿਮ ਕਰੋ, ਮੈਨੂੰ ਜਿਮ ਕਰੋ ਕਹਿਣਾ ਬੰਦ ਕਰੋ। ਮਾਈ ਨੇਮ ਇਜ਼ ਜੇਮ ਕਰਾਥਰ, ਸਰ ਜੇਮਸ ਕਰਾਥਰ, ਕਿ ਮੇਰਾ ਨਾਮ ਜੇਮਸ ਕਰਾਥਰ ਹੈ, ਸਰ ਜੇਮਸ ਕਰਾਥਰ। ਚਾਂਸਲਰ ਐਜ਼ ਅ ਥਰਡ ਟਰੰਪਟ ਸਾਊਂਡਸ, ਜਦੋਂ ਤੀਜੇ ਬਿਗੁਲ ਦੀ ਆਵਾਜ਼ ਆਉਂਦੀ ਹੈ ਤਾਂ ਚਾਂਸਲਰ ਕੀ ਕਹਿੰਦਾ, ਹੇਅਰ ਕਮਸ ਹਿਜ਼ ਮੈਜੈਸਟੀ, ਆ ਗਏ ਹਨ ਸਾਡੇ ਮਹਾਰਾਜ। both he and the prime minister puff themselves out importantly and stand on either side of the throne. Both he and prime minister puff themselves out importantly and stand on either side of the throne. ਹੁਣ ਦੋਨੋਂ ਵਿਅਕਤੀ ਪ੍ਰਾਈਮ ਮਿਨਿਸਟਰ ਤੇ ਚਾਂਸਲਰ ਦੋਨੋਂ ਅੱਗੇ ਆਏ ਅਤੇ ਉਸ ਤਖਤ ਦੇ ਦੋਨੋਂ ਪਾਸੇ ਬਹੁਤ ਹੀ ਖਾਸ ਵਿਅਕਤੀਆਂ ਵਾਂਗੂ ਖੜ ਗਏ। ਸੈਕਿੰਡ ਲੇਡੀ, I do hope he is handsome, ਜਿਹੜੀ ਮੋਟੀ ਲੇਡੀ ਹੁੰਦੀ ਹੈ ਉਹ ਕਹਿੰਦੀ ਹੈ ਮੈਂ ਜ਼ਰੂਰ ਹੀ ਆਸ ਕਰਦੀ ਹਾਂ ਕਿ ਉਹ ਸੋਹਣਾ ਹੋਵੇ। she rises and smooths her dress, ਉਹ ਉੱਠਦੀ ਹੈ ਅਤੇ ਆਪਣੀ ਡਰੈਸ ਸਵਾਰਨ ਲੱਗ ਜਾਂਦੀ ਹੈ। ਚਾਂਸਲਰ of course he is handsome, ਚਾਂਸਲਰ ਕਹਿੰਦਾ ਹਾਂ ਯਕੀਨਨ ਉਹ ਹੈਂਡਸਮ ਹੀ ਹੈ। ਪ੍ਰਾਈਮ ਮਿਨਿਸਟਰ I hope he won't want his own way too much, ਪ੍ਰਾਈਮ ਮਿਨਿਸਟਰ ਕਹਿੰਦਾ ਕਿ ਮੈਂ ਚਾਹੁੰਦਾ ਹਾਂ ਕਿ ਉਹ ਹਮੇਸ਼ਾ ਬਹੁਤ ਜ਼ਿਆਦਾ ਆਪਣੀ ਹੀ ਨਾ ਮਾਰੀ ਜਾਏ। ਚਾਂਸਲਰ of course he won't want his own way too much, ਚਾਂਸਲਰ ਕਹਿੰਦਾ ਹਾਂ ਯਕੀਨਨ ਉਹ ਕਦੀ ਵੀ ਆਪਣੀ ਬਹੁਤ ਜ਼ਿਆਦਾ ਨਹੀਂ ਮਾਰੇਗਾ। ਪੋਰਟੀਅਰ ਉੱਠਦਾ ਹੈ ਤੇ ਕਹਿੰਦਾ ਹੈ why shouldn't he want his, ਕਿ ਉਸਨੂੰ ਆਪਣੀ ਕਿਉਂ ਨਹੀਂ ਚਲਾਣੀ ਚਾਹੀਦੀ। ਉਹ ਯਾਨੀ ਵਿੱਚੇ ਹੀ ਗੱਲ ਉਹਦੀ ਕੱਟ ਕੇ ਪ੍ਰਾਈਮ ਮਿਨਿਸਟਰ ਕਹਿੰਦਾ be quiet, here he is, ਹੁਣ ਤੂੰ ਚੁੱਪ ਰਹਿ, ਮਹਾਰਾਜ ਆ ਗਏ ਹਨ। ਟੂ ਹੈਰਲਡਸ ਐਂਟਰ, ਹੈਰਲਡਸ ਹੁੰਦੇ ਨੇ ਦੂਤ ਜਿਹੜੇ ਅੱਗੇ ਆ ਕੇ ਸੁਨੇਹਾ ਦਿੰਦੇ ਹਨ ਕਿ ਮਹਾਰਾਜ ਆ ਰਹੇ ਹਨ। ਹੁਣ ਟੂ ਹੈਰਲਡਸ ਪ੍ਰਵੇਸ਼ ਕਰਦੇ ਹਨ blowing their trumpets, ਆਪਣੇ ਬਿਗਲ ਵਜਾਉਂਦੇ ਹੋਏ। they are followed by the king who wears a bowler hat and walks with a pronounced limp, ਤੇ ਉਹਨਾਂ ਦੇ ਮਗਰ ਇੱਕ ਰਾਜਾ ਆਂਦਾ ਹੈ ਜਿਸ ਨੇ ਇੱਕ ਬਾਊਲਰ ਹੈਟ ਪਾਈ ਹੋਈ ਹੈ। ਹੁਣ ਰਾਜੇ ਨੇ ਤਾਂ ਕਰਾਊਨ ਪਾਇਆ ਹੁੰਦਾ ਪਰ ਉਹ ਕਰਾਊਨ ਦੀ ਜਗ੍ਹਾ ਤੇ ਬਾਊਲਰ ਹੈਟ ਪਾ ਕੇ ਆਂਦਾ ਹੈ ਅਤੇ ਨਾਲ ਹੀ ਉਹ ਲੰਗੜਾ ਕੇ ਚੱਲਦਾ ਹੋਇਆ ਆਂਦਾ ਹੈ। ਬਿਹਾਈਂਡ ਹਿਮ ਕਮਸ ਅ ਪੇਜ, ਉਹਦੇ ਪਿੱਛੇ ਇੱਕ ਪੇਜ ਆਂਦਾ ਹੈ ਯਾਨੀ ਸੂਈਆ ਆਂਦਾ ਹੈ, ਖਬਰ ਦੇਣ ਵਾਲਾ ਆਂਦਾ ਹੈ ਜਿਹਨੂੰ ਆਪਾਂ ਖਬਰੀ ਕਹਿੰਦੇ ਹਾਂ। ਕੈਰਿੰਗ ਅ ਡੌਗ ਔਨ ਅ ਕੁਸ਼ਨ, ਇੱਕ ਕੁੱਤੇ ਨੂੰ ਸਰਾਣੇ ਉੱਤੇ ਚੱਕੀ ਹੋਈ। ਬਿਹਾਈਂਡ ਦ ਪੇਜ ਵਾਕ ਟੂ ਨੇਬਰਸ ਈਚ ਆਫ them holding a lead attached to the dog's collar, ਤੇ ਉਸ ਪੇਜ ਦੇ ਮਗਰ ਦੋ ਗਵਾਂਢੀ ਜਿਨ੍ਹਾਂ ਦੇ ਹੱਥ ਵਿੱਚ ਇੱਕ ਜੰਜੀਰ ਫੜੀ ਹੋਈ ਹੈ ਜੋ ਕਿ ਕੁੱਤੇ ਦੇ ਕਾਲਰ ਨੂੰ ਲੱਗੀ ਹੋਈ ਹੈ। as the king goes up to the throne, ਜਿੱਦਾਂ ਹੀ ਰਾਜਾ ਤਖਤ ਤੇ ਪਹੁੰਚਦਾ ਹੈ the gentlemen bow and the ladies courtesy, ਉਸ ਦੀਵਾਨ ਵਿੱਚ ਮੌਜੂਦ ਜੈਂਟਲਮੈਨ ਆਪਣਾ ਸਿਰ ਝੁਕਾਉਂਦੇ ਹਨ ਤੇ ਲੇਡੀਜ਼ ਵੀ ਆਪਣੀ ਡਰੈਸ ਨੂੰ ਦੋਨੋਂ ਪਾਸੋਂ ਫੜ ਕੇ ਤੇ ਆਪਣੇ ਨੀਜ਼ ਨੂੰ ਥੋੜਾ ਜਿਹਾ ਬੈਂਡ ਕਰਕੇ ਰਾਜੇ ਦਾ ਅਭਿਵਾਦਨ ਕਰਦੀਆਂ ਹਨ, ਵੈਲਕਮ ਕਰਦੀਆਂ ਹਨ। ਬਟ देयर इज अ ਬਜ਼ ਆਫ ਐਸਟੋਨਿਸ਼ਮੈਂਟ ਐਟ ਦ ਕਿੰਗਸ ਅਨਯੂਜ਼ੁਅਲ ਅਪੀਅਰੈਂਸ, ਪਰ ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਹੈਰਾਨੀ ਭਾਵ ਸੀ ਕਿੰਗ ਦੀ ਅਜੀਬ ਜਹੀ ਦਿੱਖ ਨੂੰ ਲੈ ਕੇ। ਓਕੇ, ਸੈਕਿੰਡ ਲੇਡੀ ਇਨ ਅ ਵਿਸਪਰ, ਹੁਣ ਦੂਜੀ ਲੇਡੀ ਫੁਸਫੁਸਾਹਟ ਵਿੱਚ ਬੋਲਦੀ ਹੈ ਵਾਟ ਅ ਫਨੀ ਹੈਟ, ਕਿੰਨੀ ਹਾਸੋਹੀਣੀ ਹੈਟ ਹੈ ਜਿਹੜੀ ਕਿੰਗ ਨੇ ਪਾਈ ਹੈ। ਪ੍ਰਾਈਮ ਮਿਨਿਸਟਰ ਇਨ ਅ ਵਿਸਪਰ, ਤੇ ਪ੍ਰਾਈਮ ਮਿਨਿਸਟਰ ਵੀ ਹੌਲੀ ਜਿਹੀ ਆਵਾਜ਼ 'ਚ ਕਹਿੰਦਾ ਵਾਈ ਹੀ ਲਿੰਪਸ, ਉਹ ਲੰਗੜਾ ਕੇ ਕੋ ਤੁਰਦਾ ਹੈ। ਕਿੰਗ ਸੀਟਿੰਗ ਹਿਮਸੈਲਫ ਔਨ ਦਾ ਥਰੋਨ, ਰਾਜਾ ਆਪਣੇ ਆਪ ਨੂੰ ਉਸ ਤਖਤ ਤੇ ਬਿਠਾਉਂਦਾ ਹੋਇਆ। ਵੈਲ ਹੇਅਰ ਵੀ ਆਰ ਐਟ ਲਾਸਟ, ਲੋ ਜੀ ਅਸੀਂ ਹੁਣ ਇੱਥੇ ਸਾਰੇ ਪਹੁੰਚ ਗਏ ਹਾਂ। ਦ ਹੈਰਲਡਸ ਸੀਟ ਦੈਮਸੈਲਵਸ ਔਨ ਦ ਸਟੈਪਸ ਆਫ ਦ ਥਰੋਨ ਵਿਦ देयर ਲੈਗਸ ਕ੍ਰੋਸਡ, ਹੁਣ ਜਿੱਥੇ ਪਹਿਲਾਂ ਪ੍ਰਾਈਮ ਮਿਨਿਸਟਰ ਬੈਠਾ ਵੇਟ ਕਰ ਰਿਹਾ ਸੀ ਉਹਨਾਂ ਸਟੈਪਸ ਉੱਤੇ ਉਹ ਹੈਰਲਡਸ ਯਾਨੀ ਸੂਈਏ ਚੌਂਕੜੀ ਮਾਰ ਕੇ ਬੈਠ ਕੇ, ਲੈਗਸ ਕ੍ਰੋਸ ਕਰਕੇ ਬੈਠ ਕੇ। Prime Minister looking at the neighbors who have stayed near the door with the dog and the page, ਹੁਣ ਪ੍ਰਾਈਮ ਮਿਨਿਸਟਰ ਉਹਨਾਂ ਗੁਆਂਢੀਆਂ ਨੂੰ ਜੋ ਕਿ ਕੁੱਤੇ ਦੇ ਨਾਲ ਆਏ ਸਨ ਅਤੇ ਪੇਜ ਦੇ ਨਾਲ ਆਏ ਸਨ ਉਹਨਾਂ ਵੱਲ ਦੇਖਦੇ ਹੋਏ ਕਹਿੰਦਾ ਹੈ Your Majesty, if I may be so bold as to ask, who are these persons? ਕਿ ਮਹਾਰਾਜ ਕੀ ਮੈਂ ਇੰਨੀ ਹਿੰਮਤ ਕਰਕੇ ਪੁੱਛ ਸਕਦਾ ਹਾਂ ਕਿ ਇਹ ਬੰਦੇ ਕੌਣ ਹਨ? King, oh, I caught them in the street fighting. ਉਹ ਹਾਂ ਮੈਂ ਇਹਨਾਂ ਨੂੰ ਗਲੀ ਵਿੱਚ ਲੜਦੇ ਫੜਿਆ ਹੈ। ਸੋ ਆਈ ਬ੍ਰੌਟ them in here to find out what it was all about,
ਤੇ ਫਿਰ ਮੈਂ ਇਹਨਾਂ ਨੂੰ ਇੱਥੇ ਲੈ ਕੇ ਆਇਆ ਹਾਂ ਇਹ ਪਤਾ ਕਰਨ ਲਈ ਕਿ ਗੱਲ ਕੀ ਸੀ, ਕਿਉਂ ਲੜਾਈ ਕਰ ਰਹੇ ਸਨ। ਦੇ ਵਰ ਹੋਲਡਿੰਗ ਅਪ ਦ ਟ੍ਰੈਫਿਕ, ਇਹਨਾਂ ਨੇ ਸਾਰੀ ਟ੍ਰੈਫਿਕ ਜਾਮ ਕੀਤੀ ਹੋਈ ਸੀ। ਟੂ ਨੇਬਰਸ ਯੂ ਵੁੱਡ ਬੈਟਰ ਸਿਟ ਡਾਊਨ ਐਂਡ ਵੇਟ, ਰਾਜਾ ਨੇਬਰਸ ਨੂੰ ਨਾਲ ਹੀ ਕਹਿੰਦਾ ਕਿ ਚੰਗਾ ਹੋਏਗਾ ਕਿ ਤੁਸੀਂ ਬੈਠ ਜਾਓ ਅਤੇ ਵੇਟ ਕਰੋ। ਦ ਨੇਬਰਸ ਸਿਟ ਔਨ ਦ ਫਲੋਰ ਵਿਦ ਦੇਅਰ ਲੈਗਸ ਕ੍ਰੋਸਡ, ਗੁਆਂਢੀ ਫਰਸ਼ ਤੇ ਚੌਂਕੜੀ ਮਾਰ ਕੇ ਬੈਠ ਜਾਂਦੇ ਹਨ। ਐਂਡ ਦ ਪੇਜ ਸਿਟਸ ਬਿਟਵੀਨ them ਹੋਲਡਿੰਗ ਦ ਡੌਗ, ਅਤੇ ਉਹ ਪੇਜ ਵੀ ਉਸ ਕੁੱਤੇ ਨੂੰ ਫੜ ਕੇ ਉਹਨਾਂ ਦੋਨਾਂ ਦੇ ਵਿਚਕਾਰ ਬੈਠ ਜਾਂਦਾ ਹੈ। ਨਾਓ ਐਂਡ ਅਗੇਨ ਦੇ ਈਚ ਟਰਾਈ ਟੂ ਪੈਟ ਦ ਡੌਗ, ਗੁਆਂਢੀ ਬਾਰ-ਬਾਰ ਕੁੱਤੇ ਨੂੰ ਇੱਕ ਦੂਜੇ ਤੋਂ ਹਥਿਆਉਣ ਦੀ ਕੋਸ਼ਿਸ਼ ਕਰਦੇ ਸਨ। Chancellor, it is very unusual to bring common people into the palace, Your Majesty. Chancellor ਕਹਿੰਦੇ ਕਿ ਬੜਾ ਅਜੀਬ ਹੈ ਕਿ ਆਮ ਲੋਕਾਂ ਨੂੰ ਇਸ ਤਰ੍ਹਾਂ ਰਾਜ ਮਹਿਲ ਦੇ ਵਿੱਚ ਲੈ ਕੇ ਆ ਜਾਣਾ। King, what did you expect me to do? Let them go on fighting. ਤੂੰ ਮੇਰੇ ਤੋਂ ਕੀ ਆਸ ਕਰਦਾ ਹੈ ਕਿ ਮੈਂ ਇਹਨਾਂ ਨੂੰ ਉੱਥੇ ਲੜਨ ਦਿੰਦਾ? ਪ੍ਰਾਈਮ ਮਿਨਿਸਟਰ, no, Your Majesty, but ਪ੍ਰਾਈਮ ਮਿਨਿਸਟਰ ਕਹਿੰਦਾ ਨਹੀਂ ਮਹਾਰਾਜ, ਪਰ ਉਸ ਤੋਂ ਬਾਅਦ ਕਿੰਗ ਕੀ ਕਹਿੰਦਾ but me no more buts, ਪਰ ਮੈਨੂੰ ਹੋਰ ਕੋਈ ਪਰ ਨਹੀਂ ਚਾਹੀਦਾ। I am going to arbitrate between them. Arbitrate ਹੁੰਦਾ ਵਿਚੋਲਗੀ ਕਰਨੀ, ਕਿਸੇ ਦੀ ਲੜਾਈ ਮੁਕਾਉਣ ਲਈ ਆਪ ਵਿੱਚ ਪੈਣਾ। ਓਕੇ, ਸੋ ਰਾਜਾ ਕਹਿੰਦਾ ਕਿ ਮੈਂ ਇਹਨਾਂ ਦੋਨਾਂ ਦੇ ਵਿਚਕਾਰ ਆਰਬਿਟਰੇਟ ਕਰ ਰਿਹਾ ਹਾਂ। ਸੈਕਿੰਡ ਲੇਡੀ, what does arbitrate mean? ਹੁਣ ਉਹ ਮੋਟੀ ਲੇਡੀ ਕੀ ਪੁੱਛਦੀ ਹੈ ਕਿ ਆਰਬਿਟਰੇਟ ਕੀ ਹੁੰਦਾ ਹੈ? She says this is in a loud whisper. ਉਹ ਇਹ ਫੁਸਫੁਸਾਹਟ ਵਾਲੇ ਸ਼ਬਦ ਬੜੀ ਉੱਚੀ ਬੋਲ ਦਿੰਦੀ ਹੈ। ਫਸਟ ਲੇਡੀ, who has more sense in her ordinary voice? ਤੇ ਪਹਿਲੀ ਲੇਡੀ ਜਿਸ ਨੂੰ ਜ਼ਿਆਦਾ ਸਮਝ ਸੀ ਉਹ ਆਪਣੀ ਸਧਾਰਨ ਆਵਾਜ਼ ਵਿੱਚ ਕਹਿੰਦੀ ਹੈ decide which is in the right and which is not, ਕਿ ਇਹ ਡਿਸਾਈਡ ਕਰਨਾ ਕਿ ਕੌਣ ਠੀਕ ਹੈ ਤੇ ਕੌਣ ਗਲਤ ਹੈ, ਇਹਨੂੰ ਕਹਿੰਦੇ ਨੇ ਆਰਬਿਟਰੇਟ ਕਰਨਾ। ਸੈਕਿੰਡ ਲੇਡੀ, oh I see, what a funny hat. ਉਹਦੀ ਹੁਣ ਸੂਈ ਉੱਥੇ ਟਿਕੀ ਹੋਈ ਹੈ, ਕਹਿੰਦੀ ਉਹ ਅੱਛਾ ਇਹ ਹੁੰਦੀ ਹੈ, ਪਰ ਕਿੰਨੀ ਕਹਿੰਦੀ ਫਨੀ ਹੈਟ ਹੈ। ਐਵਰੀਵਨ ਸਟੇਅਰਸ ਐਟ ਦ ਕਿੰਗਸ ਬੌਲਰ ਹੈਟ, ਹੁਣ ਸਾਰੇ ਜਣੇ ਕਿੰਗ ਦੀ ਉਸ ਬੌਲਰ ਹੈਟ ਵੱਲ ਦੇਖਣ ਲੱਗ ਗਏ। King taking off his hat and looking at it, then putting it back on his head again. ਜਦੋਂ ਸਾਰੇ ਜਣੇ ਉਸ ਹੈਟ ਵੱਲ ਦੇਖਣ ਲੱਗੇ, ਰਾਜੇ ਨੇ ਵੀ ਉਹ ਬਾਊਲਰ ਹੈਟ ਉਤਾਰੀ, ਉਹਦੇ ਵੱਲ ਦੇਖਿਆ ਤੇ ਦੁਬਾਰਾ ਉਸ ਨੂੰ ਆਪਣੇ ਸਿਰ ਤੇ ਰੱਖ ਕੇ ਬੋਲਿਆ, my hat? What's wrong with my hat? ਮੇਰੀ ਹੈਟ ਵਿੱਚ ਬੁਰਾ ਕੀ ਹੈ? It's very good hat, ਇਹ ਬਹੁਤ ਚੰਗੀ ਹੈਟ ਹੈ। Chancellor, no doubt Your Majesty, but our previous king wore a crown. ਮਹਾਰਾਜ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਬਾਊਲਰ ਹੈਟ ਬਹੁਤ ਵਧੀਆ ਹੈ, ਪਰ ਸਾਡਾ ਪਿਛਲਾ ਕਿੰਗ ਉਹ ਕਰਾਊਨ ਪਾਉਂਦਾ ਸੀ, ਤਾਜ ਪਾਉਂਦਾ ਸੀ, ਮੁਕਟ ਪਾਉਂਦਾ ਸੀ। King, what? In this blazing sun, it is a wonder he didn't die of sunstroke. ਕਹਿੰਦਾ ਕਿ ਇੰਨੀ ਗਰਮੀ ਦੇ ਵਿੱਚ ਮੈਂ ਤਾਂ ਹੈਰਾਨ ਆ ਕਿ ਉਹ ਇੰਨੀ ਗਰਮੀ ਦੇ ਝੋਂਕੇ ਦੇ ਨਾਲ ਮਰ ਕਿਉਂ ਨਹੀਂ ਗਿਆ। ਪ੍ਰਾਈਮ ਮਿਨਿਸਟਰ, oh no Your Majesty, he died of old age. ਕਹਿੰਦਾ ਨਹੀਂ ਮਹਾਰਾਜ, ਉਹ ਤਾਂ ਬੁੱਢੇ ਹੋ ਕੇ ਮਰੇ ਆ। King, well, that's the disease no one can avoid. ਰਾਜਾ ਕਹਿੰਦਾ ਹਾਂ ਉਹ ਤਾਂ ਕੋਈ ਰੋਗ ਹੀ ਹੋਏਗਾ, ਇਸ ਨੂੰ ਆਪਾਂ ਅਵੋਇਡ ਨਹੀਂ ਕਰ ਸਕਦੇ, ਤਾਂ ਟਾਲ ਨਹੀਂ ਸਕਦੇ। ਜੇ ਰੋਗ ਕੋਈ ਲੱਗ ਗਿਆ ਮੌਤ ਹੋਣੀ ਹੀ ਹੋਣੀ ਹੈ। Chancellor, to the herald nearest him, handing him his coronet. ਹੁਣ ਚਾਂਸਲਰ ਜਿਹੜਾ ਉਹਦੇ ਨੇੜੇ ਇੱਕ ਹੈਰਲਡ ਖੜਿਆ ਹੋਇਆ ਸੀ, ਉਸ ਨੂੰ ਆਪਣਾ ਕੋਰੋਨਟ ਦੇ ਦਿੰਦਾ। ਕੋਰੋਨਟ ਕੀ ਹੁੰਦਾ? ਮੁਕਟ। ਤੇ ਉਹਨੂੰ ਮੁਕਟ ਦਿੰਦੇ ਹੋ ਕੀ ਕਹਿੰਦਾ? ਟੇਕ ਦਿਸ ਅਵੇ ਐਂਡ ਬ੍ਰਿੰਗ ਮੀ ਅ ਹੈਟ, ਇਸ ਨੂੰ ਦੂਰ ਲੈ ਜਾਓ ਅਤੇ ਮੈਨੂੰ ਵੀ ਇੱਕ ਹੈਟ ਲੈ ਕੇ ਦਿਓ। ਕਿੰਗ, ਵੈਲ ਆਈ ਸਪੋਜ਼ ਵੀ ਹੈਡ ਬੈਟਰ ਗੈਟ ਔਨ ਵਿਦ ਬਿਜ਼ਨਸ। ਰਾਜਾ ਕਹਿੰਦਾ ਕਿ ਇਹ ਵਧੀਆ ਹੋਏਗਾ ਕਿ ਹੁਣ ਅਸੀਂ ਕੁਝ ਕੰਮਕਾਰ ਕਰ ਲਈਏ। ਵਾਟ ਡੂ ਵੀ ਡੂ ਫਸਟ, ਸਾਨੂੰ ਪਹਿਲਾਂ ਕੀ ਕਰਨਾ ਚਾਹੀਦਾ? ਦ ਟੂ ਹੈਰਲਡਸ ਰਿਟਰਨ ਐਂਡ ਹੈਂਡ ਹੈਟਸ ਟੂ ਦ ਚਾਂਸਲਰ ਐਂਡ ਦ ਪ੍ਰਾਈਮ ਮਿਨਿਸਟਰ। ਦੋਨੋਂ ਹੈਰਲਡਸ ਵਾਪਸ ਮੁੜਦੇ ਹਨ ਤੇ ਚਾਂਸਲਰ ਅਤੇ ਪ੍ਰਾਈਮ ਮਿਨਿਸਟਰ ਨੂੰ ਉਹ ਹੈਟਸ ਦੇ ਦਿੰਦੇ ਹਨ। ਹੂ ਪੁੱਟ them on, ਤੇ ਦੋਨੋਂ ਜਣੇ ਉਹ ਹੈਟਸ ਪਾ ਲੈਂਦੇ ਹਨ। ਦ ਹੈਰਲਡਸ ਸੀਟ themselves as before, ਤੇ ਹੈਰਲਡਸ ਵੀ ਆਪਣੀ ਪੁਰਾਣੀ ਜਗ੍ਹਾ ਤੇ ਆ ਕੇ ਬੈਠ ਜਾਂਦੇ ਹਨ ਜਿੱਥੇ ਉਹ ਪਹਿਲਾਂ ਬੈਠੇ ਹੋਏ ਸਨ। ਪ੍ਰਾਈਮ ਮਿਨਿਸਟਰ as he puts on his hat, ਪ੍ਰਾਈਮ ਮਿਨਿਸਟਰ ਜਿਸਨੇ ਕਿ ਉਹ ਹੈਟ ਪਹਿਨ ਲਈ ਸੀ, ਉਹ ਕੀ ਕਹਿੰਦਾ? we kiss your hand your majesty, ਅਸੀਂ ਤੁਹਾਡੇ ਹੱਥ ਨੂੰ ਕਿਸ ਕਰਦੇ ਹਾਂ। ਕਿੰਗ, it's a queer idea but I suppose it is usual. ਇਹ ਬੜਾ ਅਜੀਬ ਜਿਹਾ ਆਈਡੀਆ ਹੈ, ਪਰ ਮੈਨੂੰ ਲੱਗਦਾ ਕਿ ਇਹ ਤਾਂ ਆਮ ਜੀ ਗੱਲ ਹੈ। ਚਾਂਸਲਰ putting on his hat, ਚਾਂਸਲਰ ਵੀ ਆਪਣੀ ਹੈਟ ਨੂੰ ਪਾਉਂਦਾ ਹੋਇਆ
ਕੁਆਇਟ ਯੂਅਰ ਮੈਜੈਸਟੀ। ਸੋ ਚਾਂਸਲਰ ਵੀ ਆਪਣੀ ਹੈਟ ਨੂੰ ਪਾਉਂਦਾ ਹੋਇਆ ਉਹੀ ਚੀਜ਼ ਰਿਪੀਟ ਕਰਨ ਲੱਗਿਆ, ਕੁਆਇਟ ਯੂਅਰ ਮੈਜੈਸਟੀ, ਕਿ ਹਾਂ ਇਹ ਕਾਫੀ ਆਮ ਹੈ, ਇਹ ਤਾਂ ਸਾਰੇ ਕਰਦੇ ਹੀ ਹੁੰਦੇ ਹਨ। ਕੀ ਕਰਦੇ ਹੁੰਦੇ ਹਨ? ਰਾਜੇ ਦੇ ਹੱਥ ਨੂੰ ਚੁੰਮਣਾ। ਤੇ ਪ੍ਰਾਈਮ ਮਿਨਿਸਟਰ ਵੀ ਉਹੀ ਕਹਿਣ ਲੱਗ ਗਿਆ, ਸੈਕਿੰਡ ਲੇਡੀ ਵੀ ਉਹੀ ਕਹਿਣ ਲੱਗੀ ਕਿ ਕੁਆਇਟ ਹਾਂ ਇਹ ਤਾਂ ਕਾਫੀ ਆਮ ਹੈ। ਕਿੰਗ ਕਮ ਅਲੋਂਗ ਦੈਨ ਐਂਡ ਲੈਟਸ ਗੈਟ ਇਟ ਓਵਰ, ਆ ਜਾਓ ਫਿਰ ਅੱਗੇ ਤੇ ਇਸ ਚੀਜ਼ ਨੂੰ ਖਤਮ ਕਰੋ। ਦ ਪ੍ਰਾਈਮ ਮਿਨਿਸਟਰ ਗੋਜ਼ ਅਪ ਟੂ ਦ ਥਰੋਨ, ਪ੍ਰਾਈਮ ਮਿਨਿਸਟਰ ਉਸ ਤਖਤ ਤੇ ਚਲਾ ਜਾਂਦਾ ਹੈ ਐਂਡ ਵਾਕਡ ਵਿਦ ਅ ਲਿੰਪ ਲਾਈਕ ਦ ਕਿੰਗ, ਅਤੇ ਉਹ ਰਾਜੇ ਵਾਂਗ ਹੀ ਲਗੜਾਂਦਾ ਹੋਇਆ, ਪੌੜੀਆਂ ਚੜ੍ਹਦਾ ਹੋਇਆ ਰਾਜੇ ਕੋਲ ਪਹੁੰਚਦਾ ਹੈ। ਗੋਜ਼ ਡਾਊਨ ਔਨ ਵਨ ਨੀ ਐਂਡ ਕਿਸਿਸ ਦ ਕਿੰਗਸ ਹੈਂਡ, ਉਹ ਆਪਣੇ ਗੋਡਿਆਂ ਭਾਰ ਬੈਠਦਾ ਹੈ ਅਤੇ ਰਾਜੇ ਦੇ ਇੱਕ ਹੱਥ ਨੂੰ ਕਿਸ ਕਰ ਲੈਂਦਾ ਹੈ। ਵਾਟਸ ਦ ਮੈਟਰ ਵਿਦ ਯੂ, ਆਰ ਯੂ ਲੇਮ? ਤੇ ਰਾਜਾ ਪ੍ਰਾਈਮ ਮਿਨਿਸਟਰ ਨੂੰ ਪੁੱਛਦਾ ਤੈਨੂੰ ਕੀ ਹੋਇਆ, ਕੀ ਤੂੰ ਲੰਗੜਾ ਹੈ? ਅੱਗੋਂ ਪ੍ਰਾਈਮ ਮਿਨਿਸਟਰ ਕਹਿੰਦਾ I have cramp in my leg, your majesty। ਕ੍ਰੈਂਪ ਹੁੰਦਾ ਜਦੋਂ ਕੋਈ ਮਸਲ ਪੁੱਲ ਹੋ ਜਾਂਦਾ, ਖਿੱਚਿਆ ਜਾਂਦਾ। ਓਕੇ, ਪ੍ਰਾਈਮ ਮਿਨਿਸਟਰ ਨੇ ਕੀ ਕਿਹਾ ਕਿ ਮਹਾਰਾਜ ਮੇਰੀ ਲੱਤ ਤੇ ਕ੍ਰੈਂਪ ਆ ਗਿਆ ਹੈ, ਮਸਲ ਕੋਈ ਪੁੱਲ ਹੋ ਗਿਆ ਹੈ। ਦ ਚਾਂਸਲਰ ਫੋਲੋਜ਼, ਤਾਂ ਚਾਂਸਲਰ ਵੀ ਪਿੱਛੇ ਪਿੱਛੇ ਆ ਜਾਂਦਾ ਹੈ। ਐਗਜ਼ੈਕਟਲੀ ਇਮੀਟੇਟਿੰਗ, ਉਸੇ ਤਰ੍ਹਾਂ ਹੀ ਨਕਲ ਕਰਦਾ ਹੋਇਆ। ਇਮੀਟੇਟਿੰਗ ਕੀ ਹੁੰਦਾ? ਨਕਲ ਕਰਦਾ ਹੋਇਆ। ਦ ਪ੍ਰਾਈਮ ਮਿਨਿਸਟਰ ਦੀ ਨਕਲ ਕਰਦਾ ਹੋਇਆ। ਕਿੰਗ ਹੈਵ ਯੂ ਗੋਟ ਕ੍ਰੈਂਪ ਟੂ, ਤਾਂ ਕਿੰਗ ਚਾਂਸਲਰ ਨੂੰ ਵੀ ਪੁੱਛਦਾ, ਕਹਿੰਦੇ ਤੈਨੂੰ ਵੀ ਕ੍ਰੈਂਪ ਆ ਗਿਆ? ਚਾਂਸਲਰ ਲਿੰਪਿੰਗ ਬੈਕਵਰਡਸ ਫਰੋਮ ਦ ਥਰੋਨ, ਤਾਂ ਚਾਂਸਲਰ ਉਹਨੂੰ ਕਿਸ ਕਰਕੇ ਜਦੋਂ ਉੱਠ ਕੇ ਪਿੱਛੇ ਨੂੰ ਜਾਂਦਾ ਹੈ ਲੰਗੜਾਉਂਦੇ ਹੋਏ, ਉਦੋਂ ਕੀ ਕਹਿੰਦਾ? ਆਈ ਹੈਵ ਰਿਮੈਟਿਜ਼ਮ ਆਈ ਥਿੰਕ ਯੂਅਰ ਮੈਜੈਸਟੀ, ਕਿ ਮਹਾਰਾਜ ਮੈਨੂੰ ਲੱਗਦਾ ਕਿ ਮੈਨੂੰ ਗਠੀਆ ਹੋ ਗਿਆ ਹੈ। ਦ ਸੈਕਿੰਡ ਲੇਡੀ ਫੋਲੋਜ਼ ਆਲਸੋ ਲਿੰਪਿੰਗ, ਹੁਣ ਜਿਹੜੀ ਮੋਟੀ ਲੇਡੀ ਹੁੰਦੀ ਹੈ ਸੈਕਿੰਡ ਲੇਡੀ, ਉਹ ਵੀ ਉਸੇ ਤਰ੍ਹਾਂ ਹੀ ਉਹਦਾ ਪਿੱਛਾ ਕਰਦੇ ਆ ਜਾਂਦੀ ਹੈ, ਉਹ ਵੀ ਉਸੇ ਤਰ੍ਹਾਂ ਲੰਗੜਾ ਕੇ ਆਉਂਦੀ ਹੈ। ਕਿੰਗ ਵਾਟ ਅਨਦਰ ਵਨ ਵਿਦ ਰਿਮੈਟਿਜ਼ਮ, ਇਹ ਕੀ ਇੱਕ ਹੋਰ ਜਿਹਨੂੰ ਗਠੀਆ ਹੋਇਆ? ਸੈਕਿੰਡ ਲੇਡੀ ਨੋ ਅ ਸਪ੍ਰੇਨਡ ਐਂਕਲ ਯੂਅਰ ਮੈਜੈਸਟੀ, ਨਹੀਂ ਮਹਾਰਾਜ ਮੇਰੇ ਗਿੱਟੇ ਵਿੱਚ ਦਰਦ ਹੈ। ਕਿੰਗ ਡੀਅਰ ਮੀ ਹਾਊ ਅਨਫੋਰਚੂਨੇਟ, ਡੀਅਰ ਮੀ ਅਸੀਂ ਉਦੋਂ ਵਰਤਦੇ ਹਾਂ ਜਦੋਂ ਕੋਈ ਅਫਸੋਸ ਜ਼ਾਹਿਰ ਕਰਨਾ ਹੋਵੇ ਕਿ ਕਿੰਨੇ ਅਫਸੋਸ ਦੀ ਗੱਲ ਹੈ, ਕਿ ਕਿੰਨੀ ਬਦਕਿਸਮਤੀ ਦੀ ਗੱਲ ਹੈ। ਹਾਊ ਅਨਫੋਰਚੂਨੇਟ, ਕ੍ਰੈਂਪ, ਰੋਮੈਟਿਜ਼ਮ ਐਂਡ ਅ ਸਪ੍ਰੇਨਡ ਐਂਕਲ, ਕਿ ਇਹ ਤਿੰਨੋਂ ਚੀਜ਼ਾਂ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਤੁਹਾਨੂੰ ਹੋਈਆਂ ਹੈ। ਆਰ ਯੂ ਸ਼ੋਰ ਆਈ ਹੈਵ ਕਮ ਟੂ ਦ ਰਾਈਟ ਪਲੇਸ, ਹੁਣ ਰਾਜਾ ਪੁੱਛਦਾ ਤੁਹਾਨੂੰ ਲੱਗਦਾ ਕਿ ਮੈਂ ਸਹੀ ਜਗ੍ਹਾ ਤੇ ਆਇਆ ਹਾਂ? ਦਿਸ ਇਜ਼ ਦ ਪੈਲੇਸ, ਇਹ ਇੱਕ ਰਾਜ ਮਹਿਲ ਹੈ, ਇਜ਼ਨਟ ਇਟ, ਕੀ ਇਹ ਨਹੀਂ ਹੈ? ਐਂਡ ਨੋਟ ਅ ਕਨਵੈਲਸੈਂਟ ਹੋਮ। ਕਨਵੈਲਸੈਂਟ ਹੋਮ ਹੁੰਦਾ ਜਿਵੇਂ ਹਸਪਤਾਲ 'ਚ ਇੱਕ ਰਿਕਵਰੀ ਵਾਰਡ ਹੁੰਦਾ ਨਾ, ਉਹਨੂੰ ਆਪਾਂ ਕਹਿੰਦੇ ਹਾਂ ਕਨਵੈਲਸੈਂਟ ਹੋਮ, ਕਿ ਜਿਹਦੇ ਵਿੱਚ ਮਰੀਜ਼ਾਂ ਨੂੰ ਠੀਕ ਕਰਨ ਲਈ ਰੱਖਿਆ ਜਾਂਦਾ ਹੈ। ਕਹਿੰਦਾ ਤੁਹਾਨੂੰ ਲੱਗਦਾ ਕਿ ਮੈਂ ਠੀਕ ਜਗ੍ਹਾ ਆ? ਇਹ ਰਾਜ ਮਹਿਲ ਹੀ ਹੈ ਨਾ, ਕੋਈ ਕਨਵੈਲਸੈਂਟ ਹੋਮ ਤਾਂ ਨਹੀਂ ਹੈ ਕਿ ਜਿੱਥੇ ਮਰੀਜ਼ਾਂ ਨੂੰ ਰੱਖਿਆ ਗਿਆ ਹੋਵੇ। ਦ ਫਰਸਟ ਲੇਡੀ ਐਂਡ ਦ ਕੋਰਟੀਅਰ ਫੋਲੋ ਬਟ ਦੇ ਡੂ ਨੋਟ ਲਿੰਪ, ਉਸ ਤੋਂ ਬਾਅਦ ਉਹਨਾਂ ਦੇ ਮਗਰ ਫਰਸਟ ਲੇਡੀ ਆਉਂਦੀ ਹੈ ਤੇ ਦਰਬਾਰੀ ਆਉਂਦਾ ਹੈ, ਕੋਰਟੀਅਰ ਆਉਂਦਾ ਹੈ, ਪਰ ਉਹ ਲਿੰਪ ਕਰਕੇ ਨਹੀਂ ਆਉਂਦੇ, ਲੰਗੜਾ ਕੇ ਨਹੀਂ ਆਉਂਦੇ। ਵਾਈਲ ਦਿਸ ਇਜ਼ ਗੋਇੰਗ ਔਨ, ਜਦੋਂ ਇੱਦਾਂ ਚੱਲ ਰਿਹਾ ਹੈ, ਕੀ ਚੱਲ ਰਿਹਾ ਹੈ ਕਿ ਫਰਸਟ ਲੇਡੀ ਅਤੇ ਕੋਰਟੀਅਰ ਜਾ ਰਹੇ ਹਨ। The second lady rubs her ankle and the chancellor and prime minister rub their legs, ਤੇ ਉਸੇ ਸਮੇਂ ਦੌਰਾਨ ਹੀ ਉਹ ਸੈਕਿੰਡ ਲੇਡੀ ਆਪਣੀ ਐਂਕਲ ਨੂੰ ਰਬ ਕਰ ਰਹੀ ਹੈ, ਰਗੜ ਰਹੀ ਹੈ ਕਿ ਉਹਦੇ ਦਰਦ ਹੋ ਰਹੀ ਹੈ। ਉਸੇ ਤਰ੍ਹਾਂ ਹੀ ਚਾਂਸਲਰ ਤੇ ਪ੍ਰਾਈਮ ਮਿਨਿਸਟਰ ਵੀ ਆਪਣੀਆਂ ਲੈਗਸ ਨੂੰ ਕੁੱਟ ਰਹੇ ਹਨ, ਰਗੜ ਰਹੇ ਹਨ, ਤਾਂ ਕਿ ਸ਼ੋਅ ਹੋਵੇ ਕਿ ਹਾਂ ਉਹਨਾਂ ਦੀਆਂ ਲੈਗਸ ਤੇ ਗਿੱਟੇ ਦਰਦ ਕਰ ਰਹੇ ਹਨ। ਕਿੰਗ ਟੂ ਦ ਫਰਸਟ ਲੇਡੀ ਐਜ਼ ਸ਼ੀ ਨੀਲਸ, ਰਾਜਾ ਉਸ ਪਹਿਲੀ ਲੇਡੀ ਨੂੰ ਕਹਿੰਦਾ ਜਦੋਂ ਆਪਣੇ ਗੋਡਿਆਂ ਪਾਰ ਹੁੰਦੀ ਹੈ, ਹੈਵ ਯੂ ਨਥਿੰਗ ਦ ਮੈਟਰ ਵਿਦ ਯੂ, ਕਿ ਤੈਨੂੰ ਕੁਝ ਨਹੀਂ ਹੋਇਆ? ਫਰਸਟ ਲੇਡੀ ਨੋ ਆਈ ਐਮ ਅਫਰੇਡ ਨਾਟ ਯੂਅਰ ਮੈਜੈਸਟੀ, ਕਿ ਮਹਾਰਾਜ ਮੈਨੂੰ ਡਰ ਹੈ ਕਿ ਮੈਨੂੰ ਕੁਝ ਨਹੀਂ ਹੋਇਆ। ਐਜ਼ ਸ਼ੀ ਰਿਟਰਨਸ ਟੂ ਹਰ ਪਲੇਸ, ਜਦੋਂ ਉਹ ਆਪਣੀ ਪਲੇਸ ਤੇ ਵਾਪਸ ਮੁੜ ਜਾਂਦੀ ਹੈ ਤੇ ਨਾਲ ਹੀ ਕੀ ਕਹਿੰਦੀ ਹੈ? ਆਈ ਹੈਵ ਆਲਵੇਜ਼ ਬੀਨ ਵੈਰੀ ਹੈਲਦੀ, ਮੈਂ ਹਮੇਸ਼ਾ ਤੋਂ ਹੀ ਬਹੁਤ ਤੰਦਰੁਸਤ ਹਾਂ। ਕਿੰਗ ਟੂ ਦ ਕੋਰਟੀਅਰ ਐਜ਼ ਹੀ ਨੀਲਸ ਔਰ ਵਿਦ ਯੂ, ਤੇ ਰਾਜਾ ਉਸ ਦਰਬਾਰੀ ਨੂੰ ਜਦੋਂ ਉਹ ਗੋਡਿਆਂ ਪਾਰ ਹੁੰਦਾ ਹੈ ਤਾਂ ਉਸ ਨੂੰ ਪੁੱਛਦਾ ਹੈ ਕਿ ਤੇਰੇ ਨਾਲ ਵੀ ਕੁਝ ਨਹੀਂ ਹੋਇਆ? ਕੋਰਟੀਅਰ ਆਈ ਟਰਸਟ ਸੋ ਯੂਅਰ ਮੈਜੈਸਟੀ, ਹਾਂ ਮੈਨੂੰ ਵੀ ਇਹੀ ਵਿਸ਼ਵਾਸ ਹੈ ਕਿ ਮੈਂ ਵੀ ਕਦੀ ਬਿਮਾਰ ਨਹੀਂ ਹੋਇਆ, ਮੈਂ ਹਮੇਸ਼ਾ ਹੀ ਹੈਲਦੀ ਰਿਹਾ ਹਾਂ ਮਹਾਰਾਜ। King, dear me, you seem to be a young man with a mind of your own, ਤੇ ਰਾਜੇ ਨੇ ਕਿਹਾ ਕਿ ਤੂੰ ਤਾਂ ਇੱਕ ਨੌਜਵਾਨ ਪ੍ਰਤੀਤ ਹੁੰਦਾ ਹੈ ਜਿਸ ਕੋਲ ਆਪਣਾ ਦਿਮਾਗ ਹੈ। ਕੋਰਟੀਅਰ I trust so your majesty, ਤਾਂ ਦਰਬਾਰੀ ਕਹਿੰਦਾ ਕਿ ਹਾਂ ਮਹਾਰਾਜ ਮੈਂ ਵੀ ਇਦਾਂ ਹੀ ਸੋਚਦਾ ਹਾਂ। ਕਿੰਗ, ਰਾਜਾ ਕਹਿੰਦਾ ਹੈ now ਹੁਣ, pointing to the two neighbors, ਦੋਨੋਂ neighbors ਵੱਲ ਇਸ਼ਾਰਾ ਕਰਦੇ ਹੋਏ, what would you do with these two quarrelsome people, quarrelsome ਹੁੰਦੇ ਨੇ ਲੜਾਕੂ, ਠੀਕ ਹੈ, ਲੜਾਈ ਕਰਨ ਵਾਲੇ, ਝਗੜਾਲੂ। ਤਾਂ ਰਾਜਾ ਉਹਨਾਂ ਨੂੰ ਕਹਿੰਦਾ ਕਿ ਹੁਣ ਤੁਸੀਂ ਇਹਨਾਂ ਦੋਨਾਂ ਦੇ ਨਾਲ ਕੀ ਕਰੋਗੇ ਜਿਹੜੇ ਉਸ ਗਲੀ ਵਿੱਚ ਇੱਕ ਦੂਜੇ ਨਾਲ ਲੜ ਰਹੇ ਸਨ। The neighbors are pulling at the dog and just at this moment the page gives them each a sharp dig in the ribs with his elbows, ribs ਹੁੰਦੀਆਂ ਪਸਲੀਆਂ,
ਤੇ ਜਦੋਂ ਰਾਜੇ ਨੇ ਇਦਾਂ ਕਿਹਾ ਕਿ ਤੁਸੀਂ ਇਹਨਾਂ ਦੋਨੋਂ ਝਗੜਾਲੂ ਨੇਬਰਸ ਦਾ ਕੀ ਕਰੋਗੇ, ਤੇ ਉਸ ਟਾਈਮ ਨੇਬਰਸ ਕੀ ਕਰ ਰਹੇ ਸੀ ਕਿ ਨੇਬਰਸ ਇੱਕ ਦੂਜੇ ਤੋਂ ਫਿਰ ਉਸ ਕੁੱਤੇ ਨੂੰ ਖੋ ਰਹੇ ਸਨ। ਤੇ ਉਸੇ ਵੇਲੇ ਜਦੋਂ ਰਾਜੇ ਨੇ ਇੰਨੀ ਗੱਲ ਕਹੀ ਤਾਂ ਜਿਹੜਾ ਉਹਨਾਂ ਕੋਲ ਪੇਜ ਬੈਠਾ ਸੀ, ਉਹਨਾਂ ਕੋਲ ਇੱਕ ਵਿਅਕਤੀ ਬੈਠਾ ਸੀ, ਉਸ ਨੇ ਦੋਨਾਂ ਨੂੰ ਚੁੱਪ ਕਰਾਉਣ ਲਈ ਤੇ ਉਹਨਾਂ ਦੀ ਅਟੈਂਸ਼ਨ ਰਾਜੇ ਵੱਲ ਕਰਨ ਲਈ ਦੋਨਾਂ ਦੀਆਂ ਪਸਲੀਆਂ ਦੇ ਵਿੱਚ ਆਪਣੀਆਂ ਤਿੱਖੀਆਂ ਕੂਣੀਆਂ ਖਬੋਈਆਂ। Prime Minister, if I may suggest, Your Majesty, I should put them both in prison. ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਜੇ ਮੈਂ ਸੁਜੈਸਟ ਕਰਾਂ, ਮੈਂ ਤੁਹਾਨੂੰ ਸਲਾਹ ਦੇਵਾਂ ਤਾਂ ਮੈਂ ਇਹਨਾਂ ਦੋਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿਆਂਗਾ। What for? ਕਾਹਦੇ ਵਾਸਤੇ? ਚਾਂਸਲਰ, I may suggest, Your Majesty, ਜੇ ਮੈਂ ਸਲਾਹ ਦੇਵਾਂ ਮਹਾਰਾਜ, for causing a breach of the peace. ਬ੍ਰੀਚ ਹੁੰਦਾ ਉਲੰਘਣ ਕਰਨਾ, ਕੋਈ ਰੂਲ ਨੂੰ ਤੋੜਨਾ, ਠੀਕ ਹੈ। ਸਾਡੇ ਰਾਜ ਦੀ ਸ਼ਾਂਤੀ ਨੂੰ ਤੋੜਨ ਦੇ ਜ਼ੁਰਮ ਵਿੱਚ ਇਹਨਾਂ ਨੂੰ ਅਸੀਂ ਜੇਲ੍ਹ 'ਚ ਬੰਦ ਕਰ ਦਿੰਦੇ ਆ। ਸੈਕਿੰਡ ਲੇਡੀ, ਵਾਟ ਇਜ਼ ਅ ਬ੍ਰੀਚ ਆਫ ਦਾ ਪੀਸ? ਸੈਕਿੰਡ ਲੇਡੀ ਪੁੱਛਦੀ ਆ ਕਿ ਬ੍ਰੀਚ ਆਫ ਦਾ ਪੀਸ ਕੀ ਹੁੰਦਾ? ਫਸਟ ਲੇਡੀ, ਬੀ ਕੁਆਇਟ, ਯੂ ਆਰ ਵਨ। ਤੇ ਫਸਟ ਲੇਡੀ ਕਹਿੰਦੀ ਤੂੰ ਚੁੱਪ ਕਰਕੇ ਬਹਿ ਜਾ, ਤੂੰ ਵੀ ਉਹੀ ਕੰਮ ਕਰ ਰਹੀ ਹੈ ਸ਼ਾਂਤੀ ਨੂੰ ਤੋੜਨ ਦਾ। ਕਿੰਗ ਟੂ ਦਾ ਕੋਟੀਅਰ, ਵਾਟ ਵੁੱਡ ਯੂ ਡੂ? ਰਾਜਾ ਕੋਟੀਅਰ ਨੂੰ ਪੁੱਛਦਾ ਤੂੰ ਕੀ ਕਰਦਾ? ਕੋਟੀਅਰ ਕਹਿੰਦਾ ਆਈ ਸ਼ੁੱਡ ਲਿਸਨ ਟੂ ਵਾਟ ਦੇ ਹੈਵ ਟੂ ਸੇ। ਮੈਨੂੰ ਇਹਨਾਂ ਦੋਨਾਂ ਨੂੰ ਸੁਣਨਾ ਚਾਹੀਦਾ ਹੈ ਕਿ ਉਹ ਕੀ ਕਹਿਣਾ ਚਾਹੁੰਦੇ ਹਨ। King, a good idea. To the neighbors, come forward and let us hear what you have to say for yourselves. ਰਾਜੇ ਨੇ ਕਿਹਾ ਚੰਗਾ ਆਈਡੀਆ ਹੈ ਤੇ ਉਹ ਨੇਬਰਸ ਨੂੰ ਕਹਿੰਦਾ ਹੈ ਅੱਗੇ ਆਓ, ਕਮ ਫੋਰਵਰਡ, ਅਤੇ ਸਾਨੂੰ ਸਾਰਿਆਂ ਨੂੰ ਦੱਸੋ ਕਿ ਤੁਸੀਂ ਆਪਣੇ ਲਈ ਕੀ ਕਹਿਣਾ ਚਾਹੁੰਦੇ ਹੋ। They drop the dog's leads and come forward and kneel at the foot of the throne. ਉਹ ਦੋਨੋਂ ਉਸ ਕੁੱਤੇ ਦੀ ਚੇਨ ਨੂੰ ਛੱਡਦੇ ਹਨ ਅਤੇ ਅੱਗੇ ਆਉਂਦੇ ਹਨ, ਗੋਡਿਆਂ ਪਾਰ ਹੁੰਦੇ ਹਨ ਉਸ ਤਖਤ ਦੇ ਪੈਰਾਂ ਵਿੱਚ। ਪ੍ਰਾਈਮ ਮਿਨਿਸਟਰ ਐਂਡ ਚਾਂਸਲਰ ਟੁਗੈਦਰ, ਇਫ ਆਈ ਮੇ ਸੁਜੈਸਟ। ਹੁਣ ਪ੍ਰਾਈਮ ਮਿਨਿਸਟਰ ਤੇ ਚਾਂਸਲਰ ਦੋਨੋਂ ਇਕੱਠੇ ਹੋ ਕੇ ਕਹਿੰਦੇ ਹਨ ਮਹਾਰਾਜ ਜੇ ਮੈਂ ਸੁਜੈਸਟ ਕਰਾਂ, ਤੇ ਰਾਜਾ ਵਿੱਚੋਂ ਹੀ ਉਹਨਾਂ ਦੀ ਗੱਲ ਟੋਕ ਦਿੰਦਾ ਕਿੰਗ ਸਿਟ ਡਾਊਨ ਫॉर ਗੁੱਡਨੈਸ ਸੇਕ, ਕਹਿੰਦਾ ਰੱਬ ਕਰਕੇ ਬੈਠ ਜਾਓ ਐਂਡ ਬੀ ਕੁਆਇਟ ਫॉर ਅ ਮਿੰਟ, ਅਤੇ ਇੱਕ ਮਿੰਟ ਲਈ ਚੁੱਪ ਹੋ ਜਾ, ਐਂਡ ਸਟਾਪ ਸੁਜੈਸਟਿੰਗ, ਅਤੇ ਮੈਨੂੰ ਸਲਾਹ ਦੇਣੀ ਬੰਦ ਕਰੋ। ਟੂ ਦ ਨੇਬਰਸ ਐਜ਼ ਦ ਪ੍ਰਾਈਮ ਮਿਨਿਸਟਰ ਐਂਡ ਚਾਂਸਲਰ ਸਿਟ ਔਨ ਦ ਟੌਪ ਸਟੈਪ ਆਫ ਦ ਥਰੋਨ ਲੁਕਿੰਗ ਕਰਸ਼ਡ। ਹੁਣ ਜਦੋਂ ਪ੍ਰਾਈਮ ਮਿਨਿਸਟਰ ਅਤੇ ਚਾਂਸਲਰ ਦੋਨੋਂ ਆਪਣੇ ਆਪ ਨੂੰ ਕਰਸ਼ਡ ਫੀਲ ਹੋਇਆ, ਯਾਨੀ ਦੱਬਿਆ ਹੋਇਆ ਫੀਲ ਹੋਇਆ, ਕਿਸੇ ਦੁਆਰਾ ਜ਼ਬਰਦਸਤੀ ਬਿਠਾਇਆ ਗਿਆ, ਇਹੋ ਜਿਹਾ ਫੀਲ ਹੋਇਆ, ਉਸ ਤਖਤ ਦੀ ਸਭ ਤੋਂ ਉੱਪਰਲੀ ਪੌੜੀ ਤੇ ਬੈਠਦੇ ਹਨ, ਤਾਂ ਰਾਜਾ ਉਹਨਾਂ ਨੇਬਰਸ ਨੂੰ ਕਹਿੰਦਾ ਹੈ ਨਾਓ ਮਾਈ ਮੈਨ ਵਾਟ ਵਾਰ ਯੂ ਫਾਈਟਿੰਗ ਅਬਾਊਟ। ਤਾਂ ਰਾਜਾ ਬੜੇ ਹੀ ਮਿੱਤਰਤਾ ਭਾਵ ਨਾਲ ਉਹਨਾਂ ਨੂੰ ਕਹਿੰਦਾ ਕਿ ਮੇਰੇ ਮਿੱਤਰੋ ਕਿ ਤੁਸੀਂ ਕਾਹਦੇ ਵਾਸਤੇ ਲੜ ਰਹੇ ਸੀ। ਫਸਟ ਨੇਬਰ, ਪਹਿਲਾ ਨੇਬਰ ਕੀ ਕਹਿੰਦਾ? ਦ ਡੌਗ ਬਿਲੋਂਗਸ ਟੂ ਮੀ ਯੂਰ ਮੈਜੈਸਟੀ, ਇਹ ਕੁੱਤਾ ਮੇਰੇ ਨਾਲ ਸੰਬੰਧ ਰੱਖਦਾ ਹੈ, ਮੇਰਾ ਹੈ। ਐਂਡ ਹੀ ਸੇਜ਼ ਇਟ ਇਜ਼ ਹਿਜ਼, ਅਤੇ ਇਹ ਦੂਜਾ ਨੇਬਰ ਕਹੀ ਜਾਂਦਾ ਹੈ ਕਿ ਮੇਰਾ ਹੈ, ਪੁਆਇੰਟਿੰਗ ਹਿਜ਼ ਫਿੰਗਰ ਐਟ ਦ ਅਦਰ ਮੈਨ। ਉਹ ਦੂਜੇ ਵਿਅਕਤੀ ਵੱਲ ਫਿੰਗਰ ਕਰਕੇ ਕਹਿੰਦਾ ਵੀ ਉਹ ਵਿਅਕਤੀ ਕਹਿੰਦਾ ਕਿ ਇਹ ਤਾਂ ਕੁੱਤਾ ਮੇਰਾ ਹੈ ਪਰ ਹੈਗਾ ਇਹ ਮੇਰਾ ਹੈ। ਸੈਕਿੰਡ ਨੇਬਰ, ਦੂਜਾ ਨੇਬਰ ਕਹਿੰਦਾ ਹੀ ਲਾਈਜ਼, ਉਹ ਝੂਠ ਬੋਲਦਾ ਹੈ ਯੂਰ ਮੈਜੈਸਟੀ, ਦ ਡੌਗ ਇਜ਼ ਮਾਈਨ, ਇਹ ਕੁੱਤਾ ਮੇਰਾ ਹੈ। ਇਟ ਵਾਸ ਗਿਵਨ ਟੂ ਮੀ ਬਾय ਮਾਈ ਬ੍ਰਦਰ ਲਾਸਟ ਅਗਸਤ, ਇਹ ਮੇਰੇ ਬ੍ਰਦਰ ਦੁਆਰਾ ਮੈਨੂੰ ਦਿੱਤਾ ਗਿਆ ਪਿਛਲੇ ਅਗਸਤ ਵਿੱਚ। ਕਿੰਗ ਗੋ ਐਂਡ ਫੈਚ ਯੂਰ ਬ੍ਰਦਰ, ਜਾਓ ਅਤੇ ਆਪਣੇ ਭਰਾ ਨੂੰ ਲੈ ਕੇ ਆਓ। ਫੈਚ ਹੁੰਦਾ ਲੈ ਕੇ ਆਣਾ। ਸੈਕਿੰਡ ਨੇਬਰ, ਆਈ ਐਮ ਅਫਰੇਡ ਦੈਟ ਇਜ਼ ਇੰਪੋਸੀਬਲ ਯੂਰ ਮੈਜੈਸਟੀ, ਮਾਈ ਬ੍ਰਦਰ ਇਜ਼ ਡੈਡ, ਮੈਨੂੰ ਡਰ ਹੈ ਮਹਾਰਾਜ ਕਿ ਇਹ ਇੰਪੋਸੀਬਲ ਹੈ। ਕਿਉਂ? ਕਿਉਂਕਿ ਮੇਰੇ ਬ੍ਰਦਰ ਦੀ ਡੈਥ ਹੋ ਚੁੱਕੀ ਹੋਈ ਹੈ। ਕਿੰਗ, ਵੈਲ ਅ ਡੈਡ ਵਿਟਨੈਸ ਇਜ਼ ਆਫ ਨੋ ਯੂਜ਼ ਟੂ ਯੂ, ਦੈਟਸ ਸਰਟਨ। ਹਾਂ ਇਹ ਗੱਲ ਠੀਕ ਹੈ ਕਿ ਇੱਕ ਮਰੇ ਹੋਏ ਵਿਅਕਤੀ ਦੀ ਗਵਾਹੀ ਦਾ ਤਾਂ ਕੋਈ ਫਾਇਦਾ ਨਹੀਂ। ਫਸਟ ਨੇਬਰ, ਡੂ ਨੋਟ ਬਲੀਵ ਹਿਮ ਯੂਰ ਮੈਜੈਸਟੀ, ਕਿ ਮਹਾਰਾਜ ਇਸ ਤੇ ਵਿਸ਼ਵਾਸ ਨਾ ਕਰੋ। ਆਈ ਫਾਊਂਡ ਦ ਡੌਗ ਸਟਾਰਵਿੰਗ ਇਨ ਦ ਸਟਰੀਟ, ਕਿ ਮੈਂ ਇਸ ਕੁੱਤੇ ਨੂੰ ਭੁੱਖੇ ਮਰਦੇ ਹੋਏ ਗਲੀ ਵਿੱਚ ਦੇਖਿਆ। ਐਂਡ ਟੁਕ ਇਟ ਹੋਮ 3 months ago, ਅਤੇ ਇਸ ਨੂੰ 3 ਮਹੀਨੇ ਪਹਿਲਾਂ ਹੀ ਆਪਣੇ ਘਰ ਲੈ ਆਂਦਾ। ਇਟ ਹੈਜ਼ ਬੀਨ ਵਿਦ ਮੀ ਐਵਰ ਸਿੰਸ, ਤੇ ਉਸ ਟਾਈਮ ਤੋਂ ਇਹ ਮੇਰੇ ਨਾਲ ਹੀ ਹੈ। ਸੈਕਿੰਡ ਨੇਬਰ, ਇਟ ਇਜ਼ ਨੋਟ ਟਰੂ ਯੂਰ ਮੈਜੈਸਟੀ, ਇਹ ਸੱਚ ਨਹੀਂ ਹੈ ਮਹਾਰਾਜ। ਹੀ ਵੁਡ ਨੈਵਰ ਬੀ ਕਾਈਂਡ ਟੂ ਅ ਸਟਾਰਵਿੰਗ ਐਨੀਮਲ, ਹੀ ਇਜ਼ ਅ ਹਾਰਡ ਮੈਨ, ਕਿ ਇਹ ਕਦੀ ਵੀ ਭੁੱਖੇ ਮਰਦੇ ਹੋਏ ਜਾਨਵਰ ਲਈ ਦਿਆਲੂ ਨਹੀਂ ਹੋਇਆ। ਇਹ ਤਾਂ ਬਹੁਤ ਹਾਰਡ ਮੈਨ ਹੈ, ਇਹ ਦਿਲ ਦਾ ਕਠੋਰ ਹੈ।
King. Well, one of you must be lying. Which is it? हाँ ये ਜ਼ਰੂਰ ਹੈ ਕਿ ਤੁਹਾਡੇ ਦੋਨਾਂ ਵਿੱਚੋਂ ਇੱਕ ਜਣਾ ਤਾਂ ਝੂਠ ਬੋਲ ਰਿਹਾ ਹੈ। ਉਹ ਕੌਣ ਹੈ? First neighbor. Not I. मैं नहीं हाँ। Your Majesty, महाराज, I have never told an untruth in my life कि मैं ਇਹੋ ਜਿਹਾ ਕਦੀ ਵੀ ਕੋਈ ਚੀਜ਼ ਨਹੀਂ ਬੋਲੀ ਜਿਹੜੀ ਸੱਚੀ ਨਾ ਹੋਵੇ। King. You must be a most remarkable man. हाँ तू एक बहुत ही अद्भुत व्यक्ति है। Second neighbor. I am a man of few words, Your Majesty, कि महाराज मैं बहुत घੱਟ ਬੋਲਣ ਵਾਲਾ ਵਿਅਕਤੀ ਹਾਂ। But I still say the dog is mine. ਪਰ ਮੈਂ ਅਜੇ ਵੀ ਕਹਿੰਦਾ ਹਾਂ ਕਿ ਇਹ ਕੁੱਤਾ ਮੇਰਾ ਹੈ। King. Is there anyone here who knows these two men? All shake their heads with murmur no. ਰਾਜੇ ਨੇ ਪੁੱਛਿਆ ਕਿ ਤੁਹਾਡੇ ਸਾਰਿਆਂ ਦੇ ਵਿੱਚੋਂ ਕੋਈ ਇਹਨਾਂ ਦੋਨਾਂ ਨੂੰ ਪਹਿਲਾਂ ਤੋਂ ਜਾਣਦਾ ਹੈ? ਸਾਰਿਆਂ ਨੇ ਨਾ ਵਿੱਚ ਬੁੜਬੁੜਾਉਂਦੇ ਹੋਏ ਸਿਰ ਹਿਲਾਇਆ। Then we can get no evidence. What is to be done now? ਫਿਰ ਤਾਂ ਸਾਨੂੰ ਕੋਈ ਗਵਾਹ ਨਾ ਮਿਲਿਆ, ਹੁਣ ਕੀ ਕੀਤਾ ਜਾਵੇ? Courtier. Keep the dog yourself, Your Majesty. महाराज इस कुत्ते ਨੂੰ ਆਪਣੇ ਕੋਲ ਰੱਖੋ। Then no one can quarrel about it. ਤਾਂ ਫਿਰ ਦੋਨਾਂ ਵਿੱਚੋਂ ਕੋਈ ਵੀ ਇਸ ਲਈ ਲੜੇਗਾ ਨਹੀਂ। King. But I don't care for dogs. ਪਰ ਮੈਂ ਕੁੱਤਿਆਂ ਦੀ ਦੇਖਭਾਲ ਨਾ I like cats better. ਮੈਨੂੰ ਬਿੱਲੀਆਂ ਜ਼ਿਆਦਾ ਪਸੰਦ ਹਨ। Besides, I want to find out which is the real owner. ਕਿ ਇਸ ਤੋਂ ਇਲਾਵਾ ਮੈਂ ਇਹ ਪਤਾ ਕਰ ਲਵਾਂ ਕਿ ਇਸ ਦਾ ਅਸਲੀ ਮਾਲਕ ਕੌਣ ਹੈ। Also, the dog is certainly not mine. ਇਹ ਵੀ ਹੈ ਕਿ ਇਹ ਕੁੱਤਾ ਮੇਰਾ ਤਾਂ ਹੈ ਨਹੀਂ। I have no right to it. ਮੇਰਾ ਇਸ ਉੱਤੇ ਕੋਈ ਅਧਿਕਾਰ ਨਹੀਂ ਹੈ। To first lady. ਹੁਣ ਰਾਜਾ ਪਹਿਲੀ ਲੇਡੀ ਨੂੰ ਕਹਿੰਦਾ what would you do about it? You, I mean the lady who did not limp. ਕਿ ਲੇਡੀ ਵੀ ਮੈਂ ਤੈਨੂੰ ਕਹਿ ਰਿਹਾ ਜਿਹੜੀ ਲੰਗੜਾ ਕੇ ਨਹੀਂ ਆਈ ਸੀ। ਫਸਟ ਲੇਡੀ. ਓ ਆਈ ਹਾਰਡਲੀ ਨੋ. ਮੈਨੂੰ ਪੱਕਾ ਤਾਂ ਨਹੀਂ ਪਤਾ। ਵਾਈ ਨੋਟ ਡਿਵਾਈਡ ਦ ਡੋਗ ਇਨ ਟੂ ਐਂਡ ਗਿਵ them ਹਾਫ ਈਚ? ਤੁਸੀਂ ਅੱਧਾ ਕਿਉਂ ਨਹੀਂ ਕਰਦੇ ਕਿ ਕੁੱਤੇ ਨੂੰ ਕੱਟ ਦਿਓ ਅਤੇ ਅੱਧਾ ਕੁੱਤਾ ਇੱਕ ਨੂੰ ਦੇ ਦਿਓ ਤੇ ਅੱਧਾ ਕੁੱਤਾ ਦੂਸਰੇ ਨੂੰ ਦੇ ਦਿਓ। ਕਿੰਗ. ਅ ਸਪਲੈਂਡਿਡ ਆਈਡੀਆ. ਇਹ ਤਾਂ ਅਦਭੁਤ ਆਈਡੀਆ ਹੈ, ਬਹੁਤ ਵਧੀਆ ਆਈਡੀਆ ਹੈ। ਟੂ ਨੇਬਰਸ. ਉਹ ਫਿਰ ਨੇਬਰਸ ਨੂੰ ਕਹਿੰਦਾ ਹੈ ਡੂ ਯੂ ਮੈਨ ਅਗਰੀ ਟੂ ਦੈਟ? ਕੀ ਤੁਸੀਂ ਇਸ ਨਾਲ ਸਹਿਮਤ ਹੋ? ਫਸਟ ਨੇਬਰ. ਇਫ ਯੂਅਰ ਮੈਜੈਸਟੀ ਥਿੰਕਸ ਫਿਟ. ਜੇ ਮਹਾਰਾਜ ਤੁਹਾਨੂੰ ਇਹ ਲੱਗਦਾ ਕਿ ਇਹ ਉਚਿਤ ਹੈ ਤੇ ਇੱਦਾਂ ਕਰ ਲਓ। ਕਿੰਗ ਟੂ ਸੈਕਿੰਡ ਨੇਬਰ. ਤਾਂ ਉਸ ਰਾਜੇ ਨੇ ਦੂਜੇ ਨੇਬਰ ਨੂੰ ਕਿਹਾ ਐਂਡ ਯੂ ਮਾਈ ਮੈਨ ਕਿ ਮੇਰੇ ਮਿੱਤਰ ਤੂੰ ਸਹਿਮਤ ਹੈ ਇਸ ਨਾਲ? ਸੈਕਿੰਡ ਨੇਬਰ. ਨੋ ਆਈ ਡੂ ਨਾਟ ਅਗਰੀ ਟੂ ਦੈਟ. ਨਹੀਂ ਮਹਾਰਾਜ ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਲੈਟ ਹਿਮ ਕੀਪ ਦ ਡੋਗ ਯੂਅਰ ਮੈਜੈਸਟੀ। ਇਟ ਇਜ਼ ਅ ਗੁੱਡ ਲਿਟਲ ਡੋਗ। ਆਈ ਕੈਨ ਨਾਟ ਬੀਅਰ ਟੂ ਸੀ ਇਟ ਹਾਰਮਡ। ਲੈਟ ਹਿਮ ਹੈਵ ਦ ਡੋਗ। ਕਿ ਮਹਾਰਾਜ ਇਸ ਨੂੰ ਕੁੱਤਾ ਰੱਖ ਲੈਣ ਦਿਓ, ਇਹ ਬਹੁਤ ਹੀ ਪਿਆਰਾ ਛੋਟਾ ਜਿਹਾ ਕੁੱਤਾ ਹੈ। ਮੈਂ ਇਸ ਨੂੰ ਦੁੱਖ ਸਹਿੰਦੇ ਹੋਏ ਨਹੀਂ ਦੇਖ ਸਕਦਾ, ਇਸ ਨੂੰ ਕੁੱਤਾ ਰੱਖ ਲੈਣ ਦਿਓ। ਇਟ ਸੀਮਸ ਕੁਆਇਟ ਕਲੀਅਰ ਵਿਚ ਇਜ਼ ਦ ਓਨਰ। ਇਹ ਤਾਂ ਹੁਣ ਸਪਸ਼ਟ ਹੋ ਹੀ ਗਿਆ ਹੈ ਕਿ ਇਸ ਕੁੱਤੇ ਦਾ ਮਾਲਕ ਕੌਣ ਹੈ। ਫਸਟ ਨੇਬਰ. ਆਈ ਐਮ ਯੂਅਰ ਮੈਜੈਸਟੀ। ਮੇ ਆਈ ਹੈਵ ਮਾਈ ਡੋਗ ਐਂਡ ਗੋ ਹੋਮ ਨਾਓ ਪਲੀਜ਼ ਯੂਅਰ ਮੈਜੈਸਟੀ। ਤਾਂ ਫਸਟ ਨੇਬਰ ਕੀ ਕਹਿੰਦਾ ਕਿ ਮਹਾਰਾਜ ਹਾਂ ਮੈਂ ਹੀ ਹਾਂ ਇਸ ਕੁੱਤੇ ਦਾ ਮਾਲਕ, ਕੀ ਮੈਂ ਇਸ ਕੁੱਤੇ ਨੂੰ ਲੈ ਕੇ ਜਾ ਸਕਦਾ ਆਪਣੇ ਘਰ 'ਚ? ਕਿੰਗ ਟੂ ਫਸਟ ਨੇਬਰ. ਰਾਜਾ ਪਹਿਲੇ ਨੇਬਰ ਨੂੰ ਕਹਿੰਦਾ ਯੂ ਸੈਡ ਯੂ ਹੈਡ ਨੈਵਰ ਟੋਲਡ ਐਨ ਅਨਟਰੂਥ ਇਨ ਯੂਰ ਲਾਈਫ। ਕਹਿੰਦਾ ਤੂੰ ਕਹਿੰਦਾ ਸੀ ਕਿ ਤੂੰ ਕਦੀ ਇਹੋ ਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਜਿਹੜਾ ਕਿ ਸੱਚਾ ਨਾ ਹੋਵੇ। ਇਟ ਸੀਮਸ ਟੂ ਮੀ, ਪਰ ਮੈਨੂੰ ਇੱਦਾਂ ਲੱਗਦਾ ਹੈ ਯੂ ਹੈਵ ਨੈਵਰ ਡਨ ਮਚ ਐਲਸ, ਪਰ ਤੂੰ ਇਸ ਤੋਂ ਬਿਨਾਂ ਕਦੀ ਕੁਝ ਕੀਤਾ ਹੀ ਨਹੀਂ, ਯਾਨੀ ਕਿ ਤੂੰ ਹਰ ਵਾਰ ਝੂਠ ਹੀ ਬੋਲਿਆ ਹੈ। ਟੂ ਹੈਰਲਡਸ. ਟੇਕ ਹਿਮ ਆਫ ਟੂ ਪ੍ਰਿਜ਼ਨ. ਹੁਣ ਰਾਜਾ ਹੈਰਲਡਸ ਨੂੰ ਕਹਿੰਦਾ ਇਹਨੂੰ ਫੜ ਲਓ ਤੇ ਇਸ ਨੂੰ ਜੇਲ੍ਹ ਵਿੱਚ ਬੰਦ ਕਰ ਦਿਓ। ਦ ਹੈਰਲਡਸ ਸੀਜ਼ ਹਿਮ. ਹੈਰਲਡਸ ਉਸ ਨੂੰ ਕਾਬੂ ਕਰ ਲੈਂਦੇ ਹਨ। ਫਸਟ ਨੇਬਰ. ਬਟ ਵਾਈ ਯੂਅਰ ਮੈਜੈਸਟੀ? ਪਰ ਕਿਉਂ ਮਹਾਰਾਜ? ਆਈ ਹੈਵ ਡਨ ਨਥਿੰਗ ਰੋਂਗ. ਮੈਂ ਕੁਝ ਵੀ ਗਲਤ ਨਹੀਂ ਕੀਤਾ। ਇਜ਼ ਇਟ ਜਸਟਿਸ ਯੂਅਰ ਮੈਜੈਸਟੀ? ਮਹਾਰਾਜ ਕੀ ਇਹ ਨਿਆਂ ਹੈ ਟੂ ਪੁੱਟ ਐਨ ਇਨੋਸੈਂਟ ਮੈਨ ਇਨ ਪ੍ਰਿਜ਼ਨ? ਕਿ ਇੱਕ ਸਿੱਧੇ ਸਾਦੇ ਭੋਲੇ ਭਾਲੇ ਵਿਅਕਤੀ ਨੂੰ ਜੇਲ੍ਹ ਵਿੱਚ ਬੰਦ ਕਰ ਦੇਣਾ, ਇਹ ਨਿਆਂ ਨਹੀਂ ਹੈ। ਹੀ ਇਜ਼ ਸਟਰਗਲਿੰਗ ਟੂ ਫਰੀ ਹਿਮਸੈਲਫ ਫਰੋਮ ਦ ਟੂ ਹੈਰਲਡਸ. ਉਹ ਦੋਨੋਂ ਹੈਰਲਡਸ ਦੇ ਹੱਥਾਂ ਦੇ ਵਿੱਚੋਂ ਫਰੀ ਹੋਣ ਲਈ ਜਦੋਜਹਿਦ ਕਰ ਰਿਹਾ।
king severely. King ਹੁਣ ਗੁੱਸੇ ਨਾਲ ਬੋਲਦਾ, be still you rascal. ਰਾਸਕਲ ਹੁੰਦਾ ਬੇਈਮਾਨ, ਤੂੰ ਬੇਈਮਾਨ ਵਿਅਕਤੀ, ਤੂੰ ਇੱਥੇ ਖੜ ਤੇ ਸੁਣ, you will go to prison for 2 reasons. ਤੂੰ 2 ਕਾਰਨਾਂ ਕਰਕੇ ਜੇਲ੍ਹ ਵਿੱਚ ਜਾ ਰਿਹਾ। First, because you caused a breach of the peace by fighting in the street. ਕਿ ਤੂੰ ਇੱਕ ਸਟਰੀਟ ਦੇ ਵਿੱਚ ਸ਼ਾਂਤੀ ਦੀ ਉਲੰਘਣਾ ਕੀਤੀ ਹੈ, ਸ਼ੋਰ ਮਚਾਇਆ ਹੈ। ਪਹਿਲਾ ਤਾਂ ਇਹ ਕਾਰਨ ਹੈ। And second, because you tried to steal this dog which does not belong to you. Away with him. ਤੇ ਦੂਜਾ ਕਾਰਨ ਇਹ ਹੈ ਕਿ ਤੂੰ ਉਸ ਕੁੱਤੇ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਤੇਰਾ ਨਹੀਂ ਹੈ। The heralds lead him off. Heralds ਉਸ ਨੂੰ ਉਸ ਦਰਬਾਰ ਤੋਂ ਲੈ ਜਾਂਦੇ ਹਨ। ਪ੍ਰਾਈਮ ਮਿਨਿਸਟਰ, but your majesty if I may suggest. ਹੁਣ ਪ੍ਰਾਈਮ ਮਿਨਿਸਟਰ ਫਿਰ ਉਹੀ ਡਾਇਲੌਗ ਬੋਲਦੇ, ਪਰ ਮਹਾਰਾਜ ਜੇ ਮੈਂ ਸੁਜੈਸਟ ਕਰਾਂ ਤਾਂ। King, go on, suggest. हाँ suggest करो। Prime Minister, you are still not certain that this man is not the rightful owner of the dog and ਕਿ ਮਹਾਰਾਜ ਅਜੇ ਵੀ ਤੁਹਾਨੂੰ ਪੂਰਾ ਯਕੀਨ ਤਾਂ ਨਹੀਂ ਹੈ ਕਿ ਇਹ ਕੁੱਤੇ ਦਾ ਅਸਲੀ ਓਨਰ ਹੈ। ਤੇ ਉਹ ਮਹਾਰਾਜ ਉਹਦੀ ਗੱਲ ਵਿੱਚੋਂ ਹੀ ਟੋਕ ਦਿੰਦੇ ਹਨ। ਇੰਟਰਪਟਿੰਗ impatiently. ਇੰਟਰਪਟਿੰਗ ਹੁੰਦਾ ਕਿਸੇ ਨੂੰ ਵਿੱਚੋਂ ਟੋਕਣਾ। impatiently ਹੁੰਦਾ ਕਾਹਲੀ ਦੇ ਨਾਲ, ਬੇਸਬਰੀ ਦੇ ਨਾਲ। ਮਹਾਰਾਜ ਨੇ ਉਹਦੀ ਅੱਧੀ ਗੱਲ ਹੀ ਸੁਣੀ ਤੇ ਉਸ ਨੂੰ ਇੰਟਰਪਟਿੰਗ impatiently ਕਰਦੇ ਹੋਏ ਕਹਿੰਦੇ ਹਨ, ਓ ਯੈਸ ਆਈ ਐਮ, ਹਾਂ ਮੈਨੂੰ ਪਤਾ ਹੈ ਕਿ ਇਹੀ ਇਸ ਦਾ ਅਸਲੀ ਮਾਲਕ ਹੈ। ਦਿਸ ਅਦਰ ਮੈਨ ਇਜ਼ ਦਾ ਰਾਈਟਫੁਲ ਓਨਰ ਆਫ ਦ ਡੋਗ। ਇਹ ਜਿਹੜਾ ਦੂਜਾ ਵਿਅਕਤੀ ਹੈ ਇਹੀ ਇਸ ਕੁੱਤੇ ਦਾ ਅਸਲੀ ਮਾਲਕ ਹੈ, ਕਾਨੂੰਨੀ ਮਾਲਕ ਹੈ। ਰਾਈਟਫੁਲ ਹੁੰਦਾ ਕਾਨੂੰਨੀ। ਹੀ ਇਜ਼ ਫੌਂਡ ਆਫ ਹਿਸ ਡੋਗ। ਉਹ ਆਪਣੇ ਕੁੱਤੇ ਦਾ ਸ਼ੌਕੀਨ ਹੈ। ਐਂਡ ਕੁਡ ਨਾਟ ਬੀਅਰ ਟੂ ਸੀ ਇਟ ਹਾਰਮਡ। ਅਤੇ ਇਹ ਬਰਦਾਸ਼ਤ ਨਹੀਂ ਕਰ ਸਕਦਾ ਸੀ ਕਿ ਉਸ ਨੂੰ ਕੋਈ ਨੁਕਸਾਨ ਪਹੁੰਚੇ। ਟੂ ਦ ਸੈਕਿੰਡ ਨੇਬਰ, ਉਹ ਹੁਣ ਦੂਜੇ ਨੇਬਰ ਨੂੰ ਕਹਿੰਦਾ, ਟੇਕ ਯੂਰ ਡੋਗ ਹੋਮ ਨਾਓ। ਆਪਣਾ ਕੁੱਤਾ ਘਰ ਲੈ ਜਾਓ। ਐਂਡ ਔਨ ਯੂਅਰ ਵੇ ਆਊਟ। ਅਤੇ ਆਪਣੇ ਰਾਹ 'ਤੇ ਚੱਲ ਪਓ। ਕਾਲ ਇਨ ਐਟ ਦ ਪੈਲੇਸ ਕਿਚਨ ਐਂਡ ਟੈਲ ਦ ਕੁੱਕ ਟੂ ਗਿਵ ਯੂ ਅ ਬੋਨ ਫॉर ਹਿਮ। ਤੇ ਤੁਸੀਂ ਇੱਦਾਂ ਕਰੋ, ਇਸ ਰਾਜ ਮਹਿਲ ਦੇ ਕਿਚਨ ਵਿੱਚ ਵੀ ਜਾਓ ਤੇ ਉਹਨਾਂ ਨੂੰ ਕਹੋ ਕਿ ਇਸ ਕੁੱਤੇ ਨੂੰ ਕੁਝ ਕੁ ਹੱਡੀਆਂ ਦੇ ਦੇਣ, ਬਟ ਨੋਟ ਅ ਚਿਕਨ ਬੋਨ। ਪਰ ਇਸ ਨੂੰ ਚਿਕਨ ਬੋਨ ਨਾ ਦੇਣਾ। ਚਿਕਨ ਬੋਨਸ ਆਰ ਬੈਡ ਫॉर ਦ ਲਿਟਲ ਫੈਲੋ। ਚਿਕਨ ਦੀਆਂ ਜਿਹੜੀਆਂ ਹੱਡੀਆਂ ਹਨ ਉਹ ਇਸ ਛੋਟੇ ਕੁੱਤੇ ਵਾਸਤੇ ਠੀਕ ਨਹੀਂ ਹੋਣਗੀਆਂ। ਸੈਕਿੰਡ ਨੇਬਰ, ਥੈਂਕ ਯੂ ਯੂਅਰ ਮੈਜੈਸਟੀ। ਦੂਜਾ ਨੇਬਰ ਕੀ ਹੁੰਦਾ ਕਿ ਮਹਾਰਾਜ ਤੁਹਾਡਾ ਧੰਨਵਾਦ। ਹੀ ਟਰਨਸ ਟੂ ਗੋ ਆਊਟ। ਉਹ ਵਾਪਸ ਜਾਣ ਲਈ ਮੁੜਦਾ, ਬਟ ਇਜ਼ ਸਟਾਪਡ ਬਾਈ ਦ ਪ੍ਰਾਈਮ ਮਿਨਿਸਟਰ। ਪਰ ਪ੍ਰਾਈਮ ਮਿਨਿਸਟਰ ਉਸ ਨੂੰ ਰੋਕ ਲੈਂਦੇ ਹਨ। ਹੂ ਟੇਕਸ ਹਿਮ ਬਾਈ ਦ ਸ਼ੋਲਡਰਸ ਐਂਡ ਵਾਕਸ ਹਿਮ ਟੂ ਦ ਡੋਰ ਬੈਕਵਰਡਸ। ਤੇ ਪ੍ਰਾਈਮ ਮਿਨਿਸਟਰ ਆਪ ਉਸ ਨੂੰ ਮੋਢਿਆਂ ਤੋਂ ਫੜ ਕੇ ਬਾਹਰਲੇ ਦਰਵਾਜ਼ੇ ਤੱਕ ਛੱਡਣ ਜਾਂਦਾ ਹੈ। ਠੀਕ, ਸੋ ਉਹ ਪੂਰੀ ਚਮਚਾਗਿਰੀ ਕਰਦਾ ਕਿ ਜੋ ਰਾਜੇ ਨੇ ਕਹਿਤਾ ਮੈਂ ਵੀ ਉਸੇ ਤਰ੍ਹਾਂ ਉਹਦਾ ਪਰਫੈਕਟ ਚਮਚਾ ਬਣ ਕੇ ਉਹਦੇ ਕਹੇ ਤੇ ਫੁੱਲ ਚੜਾਵਾਂ। Chancellor, the late king would have punished both for being a nuisance and had the dog destroyed. ਚਾਂਸਲਰ ਕਹਿੰਦਾ ਕਿ ਸਾਡੇ ਜਿਹੜੇ ਪਿਛਲੇ ਰਾਜਾ ਸੀ ਉਹ ਦੋਨਾਂ ਨੂੰ ਜ਼ਰੂਰ ਸਜ਼ਾ ਦਿੰਦੇ ਤੇ ਕੁੱਤੇ ਨੂੰ ਵੀ ਮਾਰ ਦਿੰਦੇ। ਕਿੰਗ, ਆਈ ਐਮ ਨੋਟ ਦ ਲੇਟ ਕਿੰਗ। ਮੈਂ ਉਹ ਪਿਛਲਾ ਰਾਜਾ ਨਹੀਂ ਹਾਂ, ਉਹ ਭੂਤਪੂਰਵ ਰਾਜਾ ਨਹੀਂ ਹਾਂ। ਆਈ ਐਮ ਦ ਨਿਊ ਕਿੰਗ ਮੀਨਿੰਗਲੀ। ਤੇ ਮੈਂ ਸਹੀ ਅਰਥਾਂ ਵਿੱਚ ਨਵਾਂ ਰਾਜਾ ਹਾਂ। ਐਜ਼ ਯੂ ਵਿਲ ਸੂਨ ਡਿਸਕਵਰ, ਕਿ ਤੁਸੀਂ ਜਲਦੀ ਹੀ ਇਹ ਚੀਜ਼ ਜਾਣ ਜਾਓਗੇ। ਹੈਵ ਯੂ ਸਟਿਲ ਗੋਟ ਰੂਮੈਟਿਜ਼ਮ, ਕਿ ਤੈਨੂੰ ਅਜੇ ਵੀ ਗਠੀਆ ਹੈ। ਚਾਂਸਲਰ, ਯੈਸ ਯੂਅਰ ਮੈਜੈਸਟੀ। ਹਾਂ ਮਹਾਰਾਜ। ਦ ਕਿੰਗ ਰਾਈਜ਼ਸ, ਤਾਂ ਰਾਜਾ ਉੱਠਦਾ ਹੈ। ਟੇਕਸ ਆਫ ਹਿਜ਼ ਬਾਊਲਰ ਹੈਟ, ਆਪਣੀ ਬਾਊਲਰ ਹੈਟ ਉਹ ਉਤਾਰ ਦਿੰਦਾ ਹੈ। ਐਂਡ ਪੁਟਸ ਇਟ ਔਨ ਦ ਥਰੋਨ, ਅਤੇ ਉਸ ਨੂੰ ਤਖਤ ਦੇ ਉੱਤੇ ਰੱਖ ਦਿੰਦਾ ਹੈ। ਦੈਨ ਵਾਕਸ ਕੁਆਇਟ ਨੈਚੁਰਲੀ ਅਪ ਟੂ ਦ ਚਾਂਸਲਰ, ਤੇ ਉਹ ਚਾਂਸਲਰ ਦੇ ਕੋਲ ਪੂਰੇ ਆਰਾਮ ਨਾਲ ਚੱਲਦਾ ਹੋਇਆ ਜਾਂਦਾ ਹੈ। ਭਾਵ ਹੁਣ ਉਹ ਲੰਗੜਾ ਕੇ ਨਹੀਂ ਚੱਲਦਾ, ਬੜੇ ਕੁਦਰਤੀ ਢੰਗ ਨਾਲ ਉਹਦੇ ਕੋਲ ਚੱਲਦਾ ਹੋਇਆ ਜਾਂਦਾ ਹੈ। ਕਿੰਗ, ਹੈਵ ਯੂ ਸਟਿਲ ਗੋਟ ਰੂਮੈਟਿਜ਼ਮ। ਹੁਣ ਰਾਜਾ ਜਦੋਂ ਬਿਲਕੁਲ ਠੀਕ ਠਾਕ ਚੱਲਿਆ ਤੇ ਸਾਰਿਆਂ ਨੇ ਦੇਖਿਆ ਕਿ ਇਹ ਤਾਂ ਬਿਲਕੁਲ ਠੀਕ ਠਾਕ ਚੱਲ ਰਿਹਾ, ਤੇ ਉਸ ਤੋਂ ਬਾਅਦ ਰਾਜੇ ਨੇ ਚਾਂਸਲਰ ਕੋਲ ਦੁਬਾਰਾ ਪੁੱਛਿਆ ਕਿ ਤੈਨੂੰ ਅਜੇ ਵੀ ਗਠੀਆ ਹੈ। ਚਾਂਸਲਰ, no your majesty, the pain is going off, ਕਿ ਮਹਾਰਾਜ ਨਹੀਂ ਮੈਨੂੰ ਹੁਣ ਕੋਈ ਗਠੀਆ ਨਹੀਂ, ਜਿਹੜੀ ਮੇਰੀ ਪੇਨ ਸੀ ਉਹ ਚਲੇਗੀ। ਕਿੰਗ, so the pain is going off। ਅੱਛਾ, ਪੇਨ ਚਲੇ ਗਈ। I thought so, ਮੈਨੂੰ ਵੀ ਇੱਦਾਂ ਹੀ ਲੱਗਿਆ। Why are you wearing a bowler hat? It looks ridiculous.
ਰਿਡਿਕੂਲਸ ਹੁੰਦਾ ਹਾਸੋਹੀਣੀ। ਹੁਣ ਰਾਜਾ ਉਹਦੇ ਕੋਲ ਪੁੱਛਣ ਲੱਗ ਜਾਂਦਾ ਕਿ ਤੂੰ ਇਹ ਬਾਊਲਰ ਹੈਟ ਕਿਉਂ ਪਾਈ ਹੋਈ ਹੈ? ਚਾਂਸਲਰ, ਬਿਕੋਜ਼ ਇਟ ਇਜ਼ ਅ ਸਨੀ ਡੇ ਐਜ਼ ਯੂ ਯੋਰਸੈਲਫ ਸੈਡ। ਚਾਂਸਲਰ ਕਹਿੰਦਾ ਕਿ ਮਹਾਰਾਜ ਤੁਸੀਂ ਆਪ ਹੀ ਕਹਿੰਦੇ ਸੀ ਕਿਉਂਕਿ ਇਹ ਗਰਮੀ ਵਾਲਾ ਦਿਨ ਹੈ ਇਸ ਕਰਕੇ ਮੈਂ ਵੀ ਪਾ ਲਈ। ਯੂਅਰ ਮੈਜੈਸਟੀ, he bows deeply and his bowler hat which is much too small for him falls off। ਉਹ ਹੁਣ ਆਪਣਾ ਸਿਰ ਝੁਕਾ ਲੈਂਦਾ ਹੈ ਤੇ ਜਦੋਂ ਉਹ ਸਿਰ ਝੁਕਾਉਂਦਾ ਹੈ ਤਾਂ ਉਸ ਦੀ ਜਿਹੜੀ ਬਾਊਲਰ ਹੈਟ ਹੁੰਦੀ ਹੈ ਜਿਹੜੀ ਉਹਦੇ ਸਿਰ ਲਈ ਬੜੀ ਛੋਟੀ ਹੁੰਦੀ ਹੈ ਉਹ ਨੀਚੇ ਗਿਰ ਜਾਂਦੀ ਹੈ and is picked up by the courtier। ਅਤੇ ਉਹ ਬਾਊਲਰ ਹੈਟ ਉਹ ਦਰਬਾਰੀ ਚੱਕ ਲੈਂਦਾ ਹੈ who hangs it on the back of the throne। ਤੇ ਉਸ ਬਾਊਲਰ ਹੈਟ ਨੂੰ ਵੀ ਉਹ ਤਖਤ ਦੀ ਬੈਕ ਤੇ ਟੰਗ ਦਿੰਦਾ ਹੈ। ਰਬਿਸ਼, ਬਕਵਾਸ। you limped because I limped। ਤੂੰ ਲੰਗੜਾ ਕੇ ਤਾਂ ਤੁਰਿਆ ਕਿਉਂਕਿ ਮੈਂ ਲੰਗੜਾ ਰਿਹਾ ਸੀ। and you wore a bowler hat because I wore one। ਤੇ ਤੂੰ ਬਾਊਲਰ ਹੈਟ ਤਾਂ ਪਾਈ ਕਿਉਂਕਿ ਮੈਂ ਪਹਿਨੀ ਹੋਈ ਸੀ। it is pouring with rain। ਬਾਹਰ ਬਾਰਿਸ਼ ਹੋ ਰਹੀ ਹੈ। but you say it is a sunny day। ਪਰ ਤੂੰ ਕਹਿੰਦਾ ਹੈ ਕਿ ਇਹ ਗਰਮੀ ਵਾਲਾ ਦਿਨ ਹੈ ਬਿਕੋਜ਼ ਆਈ ਸੈਡ ਇਟ ਵਾਜ਼ ਅ ਸਨੀ ਡੇ ਕਿਉਂਕਿ ਮੈਂ ਕਿਹਾ ਸੀ ਕਿ ਇਹ ਸਨੀ ਡੇ ਹੈ। ਯੂ ਮਾਈ ਡੀਅਰ ਚਾਂਸਲਰ ਆਰ ਵਾਟ ਇਜ਼ ਪੋਲਾਈਟਲੀ ਨੋਨ ਐਜ਼ ਅ ਸਾਈਕੋਫੈਂਟ। ਕਿ ਤੂੰ ਮੇਰੇ ਪਿਆਰੇ ਚਾਂਸਲਰ ਜਿਹਨੂੰ ਆਪਾਂ ਬੜੇ ਪਿਆਰ ਸਤਿਕਾਰ ਨਾਲ ਕਹਾਂਗੇ ਕਿ ਤੂੰ ਇੱਕ ਸਾਈਕੋਫੈਂਟ ਹੈ, ਇੱਕ ਚਮਚਾ ਹੈ, ਇੱਕ ਚਮਚਾਗਿਰੀ ਕਰਨ ਵਾਲਾ। ਸੈਕਿੰਡ ਲੇਡੀ, ਵਾਟ ਇਜ਼ ਅ ਸਾਈਕੋਫੈਂਟ? ਸੈਕਿੰਡ ਲੇਡੀ ਕਹਿੰਦੀ ਸਾਈਕੋਫੈਂਟ ਕੀ ਹੁੰਦਾ? King, you are and the chancellor is and the prime minister। ਤੇ ਰਾਜਾ ਕਹਿੰਦਾ ਤੂੰ ਹੈ ਸਾਈਕੋਫੈਂਟ ਉਸ ਲੇਡੀ ਨੂੰ ਕਹਿੰਦਾ ਤੇ ਕਹਿੰਦਾ ਚਾਂਸਲਰ ਵੀ ਹੈ ਤੇ ਪ੍ਰਾਈਮ ਮਿਨਿਸਟਰ ਵੀ ਹੈ। you all tried to flatter me। ਫਲੈਟਰ ਹੁੰਦਾ ਖੁਸ਼ਾਮਦ ਕਰਨੀ ਕਿ ਤੁਸੀਂ ਸਾਰਿਆਂ ਨੇ ਮੈਨੂੰ ਖੁਸ਼ਾਮਦ ਕਰਨ ਦੀ ਕੋਸ਼ਿਸ਼ ਕੀਤੀ by imitating all the foolish things I did। ਉਹ ਜਿਹੜੀਆਂ ਸਾਰੀਆਂ ਮੂਰਖਤਾ ਪੂਰਨ ਗੱਲਾਂ ਮੈਂ ਕਰਦਾ ਸੀ ਉਹਦੀ ਹੂਬਹੂ ਨਕਲ ਕਰਕੇ ਤੁਸੀਂ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਾਈਮ ਮਿਨਿਸਟਰ, it is usual to agree with the king, your majesty। ਕਿ ਮਹਾਰਾਜ ਇਹ ਤਾਂ ਆਮ ਜੀ ਗੱਲ ਹੈ ਕਿ ਇੱਕ ਰਾਜੇ ਦੇ ਨਾਲ ਸਾਰਿਆਂ ਨੂੰ ਸਹਿਮਤ ਹੋਣਾ ਹੀ ਪੈਂਦਾ ਹੈ। king striding up to him। ਰਾਜਾ ਉਹਦੇ ਵੱਲ ਸਰਕਦਾ ਹੋਇਆ ਯਾਨੀ ਉਹਦੇ ਵੱਲ ਜਾਂਦਾ ਹੋਇਆ ਕਹਿੰਦਾ usual ਆਮ ਜੀ ਗੱਲ ਹੈ। ਰਬਿਸ਼, ਬਕਵਾਸ। ਬਿਕੋਜ਼ ਇਫ ਅ ਥਿੰਗ ਇਜ਼ ਯੂਜ਼ੂਅਲ ਕਿ ਇਹ ਇੱਕ ਆਮ ਜੀ ਗੱਲ ਡਜ਼ ਇਟ ਮੀਨ ਦੈਟ ਇਟ ਇਜ਼ ਸੈਂਸੀਬਲ ਔਰ ਰਾਈਟ ਕਿ ਜੇ ਆਮ ਜੀ ਗੱਲ ਹੈ ਤੇ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਤੁਸੀਂ ਆਪਣੀ ਅਕਲ ਨਹੀਂ ਵਰਤਣੀ ਜਾਂ ਇਹ ਬਿਲਕੁਲ ਠੀਕ ਹੋਏਗੀ। ਇਫ ਆਈ ਡੂ ਸਟੂਪਿਡ ਥਿੰਗਸ ਕਿ ਜੇ ਮੈਂ ਮੂਰਖਤਾਪੂਰਨ ਹਰਕਤਾਂ ਕਰਦਾ ਹਾਂ ਇਜ਼ ਦੈਟ ਐਨੀ ਰੀਜ਼ਨ ਵਾਈ ਯੂ ਸ਼ੁੱਡ ਡੂ ਦੈਮ? ਤਾਂ ਫਿਰ ਕੋਈ ਕਾਰਨ ਹੈ ਕਿ ਤੁਹਾਨੂੰ ਵੀ ਉਹ ਮੂਰਖਤਾਪੂਰਨ ਗੱਲਾਂ ਕਰਨੀਆਂ ਚਾਹੀਦੀਆਂ ਹਨ। The king snatches the bowler hat off the prime minister's hat। snatches ਹੁੰਦਾ ਖਿੱਚ ਲੈਣੀ, ਖੋਹ ਲੈਣੀ। ਤਾਂ ਰਾਜੇ ਨੇ ਵੀ ਉਹ ਬਾਊਲਰ ਹੈਟ ਪ੍ਰਾਈਮ ਮਿਨਿਸਟਰ ਦੇ ਸਿਰ ਤੋਂ ਲਾ ਦਿੱਤੀ, ਉਤਾਰ ਦਿੱਤੀ। ਐਂਡ ਹੈਂਡਸ ਇਟ ਟੂ ਦਾ ਕੋਰਟੀਅਰ ਅਤੇ ਕੋਰਟੀਅਰ ਨੂੰ ਉਹ ਪਕੜਾ ਦਿੱਤੀ who hangs it on the other side of the throne। ਜਿਸ ਨੇ ਦੂਜੀ ਬਾਊਲਰ ਹੈਟ ਵੀ ਉਸ ਥਰੋਨ ਦੇ ਉਸ ਤਖਤ ਦੇ ਦੂਜੇ ਪਾਸੇ ਟੰਗ ਦਿੱਤੀ। I put on a limp and wore a funny hat and find out if there were any honest people in this court। ਮੈਂ ਲੰਗੜਾ ਕੇ ਤੁਰਿਆ ਅਤੇ ਇਸ ਫਨੀ ਹੈਟ ਨੂੰ ਤਾਂ ਪਾਇਆ ਤਾਂ ਕਿ ਮੈਂ ਇਹ ਜਾਣ ਸਕਾਂ ਕਿ ਇਸ ਦਰਬਾਰ ਵਿੱਚ ਕੌਣ-ਕੌਣ ਇਮਾਨਦਾਰ ਹਨ। I have found two। ਮੈਂ ਦੋ ਜਣਿਆਂ ਨੂੰ ਲੱਭਿਆ ਹੈ। ਸੈਕਿੰਡ ਲੇਡੀ, we are honored your majesty। ਤਾਂ ਸੈਕਿੰਡ ਲੇਡੀ ਕਹਿੰਦੀ ਮਹਾਰਾਜ ਇਹ ਕਹਿ ਕੇ ਤੁਸੀਂ ਸਾਨੂੰ ਨਿਵਾਜਿਆ ਹੈ ਯਾਨੀ ਉਹ ਆਪਣੇ ਆਪ ਨੂੰ ਸਮਝਣ ਲੱਗੀ ਕਿ ਹਾਂ ਕਿ ਤੁਹਾਡਾ ਥੈਂਕਸ ਕਿ ਤੁਸੀਂ ਮੈਨੂੰ ਓਨੈਸਟ ਪੀਪਲ ਦੀ ਲਿਸਟ ਵਿੱਚ ਲੱਭਿਆ ਹੈ। ਕਿੰਗ, ਓ ਆਈ ਡਿਡਨਟ ਮੀਨ ਯੂ। ਕਿੰਗ ਕਹਿੰਦਾ ਓ ਮੇਰਾ ਮਤਲਬ ਤੂੰ ਨਹੀਂ ਹੈ। ਯੂ ਟੂ ਦਾ ਕੋਰਟੀਅਰ ਆਰ ਓਨੈਸਟ। ਰਾਜਾ ਕੋਰਟੀਅਰ ਨੂੰ ਕਹਿੰਦਾ ਤੂੰ ਓਨੈਸਟ ਹੈ, ਯੂ ਆਰ ਓਨੈਸਟ। ਯੂ ਕੈਨ ਬਿਕਮ ਮਾਈ ਪ੍ਰਾਈਮ ਮਿਨਿਸਟਰ। ਤੂੰ ਮੇਰਾ ਪ੍ਰਾਈਮ ਮਿਨਿਸਟਰ ਬਣ ਸਕਦਾ ਹੈ। ਪਰਹੈਪਸ ਟੁਗੇਦਰ ਵੀ ਸ਼ੈਲ ਬੀ ਏਬਲ ਟੂ ਸੈਟਲ ਅ ਫਿਊ ਲਿਟਲ ਵਾਰਸ। ਤਾਂ ਸ਼ਾਇਦ ਅਸੀਂ ਦੋਨੋਂ ਇਕੱਠੇ ਹੋ ਕੇ ਕੁਝ ਛੋਟੀਆਂ-ਮੋਟੀਆਂ ਜੰਗਾਂ ਨਾਲ ਵੀ ਨਜਿੱਠ ਸਕਦੇ ਹਾਂ, ਉਸ ਨੂੰ ਸੈਟਲ ਕਰ ਸਕਦੇ ਹਾਂ। ਐਂਡ ਯੂ ਟੂ ਦਾ ਫਸਟ ਲੇਡੀ। ਤੇ ਉਹ ਫਸਟ ਲੇਡੀ ਨੂੰ ਕਹਿੰਦਾ ਐਂਡ ਯੂ ਆਰ ਓਨੈਸਟ ਟੂ। ਤੂੰ ਵੀ ਇਮਾਨਦਾਰ ਹੈ। ਯੂ ਆਰ ਮੇਡ ਚੀਫ ਲੇਡੀ ਇਨ ਵੇਟਿੰਗ। ਤੁਹਾਨੂੰ ਮੁੱਖ ਲੇਡੀ ਇਨ ਵੇਟਿੰਗ ਬਣਾਇਆ ਜਾਂਦਾ ਹੈ। ਆਪਾਂ ਕਹਿ ਸਕਦੇ ਹਾਂ ਕਿ ਰਾਜ ਮਹਿਲ ਦੀ ਰਾਣੀ ਦੀ ਮੁੱਖ ਸਲਾਹਕਾਰ। Perhaps then there will be less gossip in the palace। ਤਾਂ ਸ਼ਾਇਦ ਇਸ ਰਾਜ ਮਹਿਲ ਵਿੱਚ
ਕੱਟ ਗੌਸਿਪਸ ਔਨ ਸੈਕਿੰਡ ਲੇਡੀ। ਹੁਣ ਸੈਕਿੰਡ ਲੇਡੀ ਕਹਿੰਦੀ ਹੈ ਬਟ ਆਈ ਐਮ ਚੀਫ ਲੇਡੀ ਇਨ ਵੇਟਿੰਗ ਯੋਰ ਮੈਜੈਸਟੀ, ਪਰ ਮਹਾਰਾਜ ਮੈਂ ਹਾਂ ਚੀਫ ਲੇਡੀ ਇਨ ਵੇਟਿੰਗ। ਰਾਜਾ ਕਹਿੰਦਾ ਸੋ ਮਚ ਸਟੈਂਡਿੰਗ ਔਨ ਯੋਰ ਫੀਟ ਮਸਟ ਟਾਇਰ ਯੂ ਵੈਨ ਯੂ ਹੈਵ ਅ ਸਪ੍ਰੇਨਡ ਐਂਕਲ, ਕਿ ਆਪਣੇ ਪੈਰਾਂ ਤੇ ਜ਼ਿਆਦਾ ਦੇਰ ਖੜੇ ਹੋਣ ਕਰਕੇ ਤੂੰ ਤਾਂ ਥੱਕ ਜਾਏਂਗੀ ਕਿਉਂਕਿ ਤੈਨੂੰ ਤਾਂ ਸਪ੍ਰੇਨਡ ਐਂਕਲ ਹੈ, ਤੇਰੇ ਤਾਂ ਐਂਕਲ ਦੇ ਵਿੱਚ ਖਿਚਾਵ ਹੈ। ਯੂ ਹੈਡ ਬੈਟਰ ਗੋ ਹੋਮ ਐਂਡ ਰੈਸਟ ਇਟ ਵੈਲ, ਇਹ ਚੰਗਾ ਹੋਏਗਾ ਕਿ ਤੂੰ ਆਪਣੇ ਘਰ ਚਲੀ ਜਾ ਅਤੇ ਇਸ ਨੂੰ ਆਰਾਮ ਦੇ। ਟੂ ਹੈਰਲਡਸ ਹੂ ਹੈਵ ਰਿਟਰਨਡ ਐਂਡ ਸਟੈਂਡ ਵਨ ਔਨ ਈਦਰ ਸਾਈਡ ਆਫ ਦ ਡੋਰ ਵੇਟਿੰਗ ਫॉर ਆਰਡਰਸ। ਤਾਂ ਰਾਜਾ ਉਹਨਾਂ ਹੈਰਲਡਸ ਨੂੰ ਜੋ ਕਿ ਉਸ ਗੁਆਂਢੀ ਨੂੰ ਜੇਲ੍ਹ ਵਿੱਚ ਬੰਦ ਕਰਕੇ ਵਾਪਸ ਆਏ ਅਤੇ ਉਸ ਦਰਬਾਰ ਦੇ ਦੁਆਰਾਂ ਦੇ ਦੋਨੋਂ ਪਾਸੇ ਖੜ ਗਏ ਰਾਜੇ ਦੇ ਆਰਡਰ ਦੀ ਵੇਟ ਕਰਨ ਲਈ। ਤੇ ਰਾਜਾ ਉਹਨਾਂ ਨੂੰ ਕੀ ਕਹਿੰਦਾ, ਟੇਕ ਦੋਜ਼ ਬਾਲਰ ਹੈਟਸ ਐਂਡ ਪੁੱਟ them ਇਨ ਦਾ ਟਾਊਨ ਮਿਊਜ਼ੀਅਮ, ਇਹ ਦੋਨੋਂ ਬਾਲਰ ਹੈਟਸ ਲੈ ਜਾਓ ਅਤੇ ਇਹਨਾਂ ਨੂੰ ਸ਼ਹਿਰ ਦੇ ਮਿਊਜ਼ੀਅਮ ਵਿੱਚ ਰੱਖ ਦਿਓ। ਦਾ ਆਡੀਅੰਸ ਇਜ਼ ਓਵਰ, ਹੁਣ ਜਿਹੜੀ ਆਡੀਅੰਸ ਹੈ ਉਹ ਓਵਰ ਹੁੰਦੀ ਹੈ, ਯਾਨੀ ਸੁਣਵਾਈ ਬੰਦ ਹੁੰਦੀ ਹੈ। ਦਾ ਕਿੰਗ ਵਾਕਸ ਆਊਟ, ਰਾਜਾ ਬਾਹਰ ਨਿਕਲਦਾ ਹੈ ਤੇ ਉਹਦੇ ਪਿੱਛੇ ਪਿੱਛੇ ਕੌਣ ਚੱਲ ਰਹੇ ਹੁੰਦੇ ਹਨ, ਪੇਜ ਅਤੇ ਹੈਰਲਡਸ ਬਾਲਰ ਹੈਟ ਨੂੰ ਲੈ ਕੇ ਜਾ ਰਹੇ ਹੁੰਦੇ ਹਨ। ਦਾ ਅਦਰ ਰਿਮੇਨ ਸਟੇਰਿੰਗ ਐਟ ਵਨ ਅਨਦਰ ਇਨ ਅਮੇਜ਼ਮੈਂਟ ਐਜ਼ ਦਾ ਕਰਟਨ ਫਾਲਸ, ਤੇ ਜਿਹੜੇ ਦੂਸਰੇ ਹੁੰਦੇ ਹਨ ਜਿੱਦਾਂ ਪ੍ਰਾਈਮ ਮਿਨਿਸਟਰ, ਚਾਂਸਲਰ ਤੇ ਸੈਕਿੰਡ ਲੇਡੀ, ਉਹ ਇੱਕ ਦੂਜੇ ਵੱਲ ਬੜੀ ਹੈਰਾਨੀ ਨਾਲ ਸਟੇਅਰ ਕਰਦੇ ਹਨ, ਝਾਕਦੇ ਹੋਏ ਜਦੋਂ ਪਰਦਾ ਗਿਰ ਜਾਂਦਾ ਹੈ। ਸੋ ਇਹ ਸੀ ਬੜੀ ਇੰਟਰਸਟਿੰਗ ਤੇ ਫਨੀ ਸਟੋਰੀ, ਹੋਪ ਤੁਸੀਂ ਇਹਨੂੰ ਜ਼ਰੂਰ ਇੰਜੋਏ ਕੀਤਾ ਹੋਵੇਗਾ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਇਸ ਦੇ ਕੁਐਸਚਨ ਆਨਸਰਸ ਨਾਲ। ਥੈਂਕ ਯੂ ਵੈਰੀ ਮਚ।